एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। वाहिगुरु धन धन गुरु ग्रंथ साहब जी महाराज, धन गुरु गोबिंद सिंह साहब सच्चे पातशाह, नदर करनी पातशाह दरवेश। भूल छिमो हमरी प्रभ आपन, भूलन हार कहाँ को मोसो। हवाए बंदगी अबर दर वजूद मरा, वगरना ज़ौके चुनी आमदन नमूद मरा। वाहिगुरु गुरु नानक साहब हजूर, कृपा करो दीन के दाते, मेरा गुणा गुण ना विचारो महाराज। नदर करनी पातशाह जी, सुरत शब्द का ध्यान बख्शना महाराज। वाहिगुरु जी का खालसा, वाहिगुरु जी की फतेह। ਅਸੀਂ ਸਿੱਧਗੋਸ਼ ਦੀ ਬਾਣੀ ਦੀ ਵਿਚਾਰ ਕੁਝ ਸਮੇਂ ਤੋਂ ਕਰ ਰਹੇ ਹਾਂ। ਸਿੱਧਾਂ ਔਰ ਗੁਰੂ ਨਾਨਕ ਦੇ ਵਿੱਚ ਦੀ ਇਹ ਵਾਰਤਾਲਾਪ ਉੱਚ ਕੋਟੀ ਦੀ ਅਧਿਆਤਮਕ ਵਾਰਤਾਲਾਪ ਹੈ। ਇਹੋ ਜਿਹਾ ਡਿਸਕਸ਼ਨ ਸਾਡੇ ਆਪਸ ਵਿੱਚ ਕਦੇ ਨਹੀਂ ਹੋਇਆ। ਇਹੋ ਜਿਹੇ ਪ੍ਰਸ਼ਨ ਅਸੀਂ ਕਦੇ ਨਹੀਂ ਪੁੱਛਦੇ ਹਾਂ। ਜਿਹੋ ਜਿਹੇ ਅਧਿਆਤਮਕ ਪ੍ਰਸ਼ਨ ਸਿੱਧਾਂ ਨੇ ਸਾਹਿਬ ਨੂੰ ਪੁੱਛੇ ਹਨ, ਇਹ ਦੱਸਦਾ ਹੈ, ਇਸ਼ਾਰਾ ਕਰਦਾ ਹੈ ਕਿ ਹਜੂਰ ਕਿਉਂ ਨਿਕਲੇ ਹਨ, ਕਿਉਂ ਇਹਨਾਂ ਨਾਲ ਮਿਲਣ ਗਏ ਹਨ। ਸੱਚ ਵੱਖਰ ਕਿ ਹਮ ਬਣ ਜਾ ਰਹੇ। ਗੁਰੂ ਸਾਹਿਬ ਸੱਚ ਦੇ ਵਪਾਰ ਨੂੰ ਨਿਕਲੇ ਹਨ। ਜਿਸ ਨੂੰ ਸੱਚ ਦੀ ਭਾਲ ਹੈ, ਸੱਚ ਤੋਂ ਅਰਥ ਕੀ ਹੈ? ਉਹ ਜਿਹੜਾ ਇੱਕ ਥਿਰ ਹੈ, ਬਦਲਦਾ ਨਹੀਂ ਹੈ, ਨਿਰੰਕਾਰ, ਜਿਸ ਨੂੰ ਅਸੀਂ ਅੱਜ ਕੱਲ੍ਹ ਗੋਡ ਰਿਅਲਾਈਜੇਸ਼ਨ ਦਾ ਨਾਮ ਦੇ ਦਿੰਦੇ ਹਾਂ। ਮਹਾਰਾਜ ਨੇ ਸਾਨੂੰ ਇਸ ਬਾਣੀ ਵਿੱਚ ਦੱਸਿਆ ਹੈ ਕਿ ਗੁਰਮੁਖ ਨੂੰ ਖੋਜਦੇ ਮਹਾਰਾਜ ਨਿਕਲੇ ਹਨ, ਉਦਾਸੀ ਵਿੱਚ ਨਿਕਲ ਗਏ ਹਨ। ਪਰਿਵਾਰ ਹੈ ਆਪਣਾ, ਬੱਚੇ ਹਨ, ਮਾਤਾ ਹੈ, ਪਰ ਗੁਰੂ ਸਾਹਿਬ ਕਿਸੇ ਹੋਰ ਖਿੱਚ ਵਿੱਚ ਚਲੇ ਗਏ ਹਨ। ਗੁਰਮੁਖ ਨੂੰ ਖੋਜਦੇ ਪਏ ਉਦਾਸੀ, ਔਰ ਜਿੱਧਰ ਗਏ ਹਨ ਉਸ ਤਰ੍ਹਾਂ ਦੇ ਕੱਪੜੇ ਪਾ ਲਏ ਹਨ ਤਾਂ ਕਿ ਇਸ਼ੂ ਨਾ ਬਣੇ, ਵੱਖਰਾ ਹੋਣ ਦਾ ਇਸ਼ੂ ਨਾ ਬਣੇ। ਸੱਤ ਦੀ ਗੱਲ ਕਰਨੀ ਹੈ। ਇਹਨਾਂ ਚੀਜ਼ਾਂ ਵਿੱਚ ਕੀ ਰੱਖਿਆ ਹੈ? ਜਦੋਂ ਅਸੀਂ ਝੂਠ ਦੀ ਗੱਲ ਕਰਦੇ ਹਾਂ ਤਾਂ ਫਿਰ ਸਿੰਬਲਸ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਹਨ ਤੱਤ ਤੋਂ, ਪਰ ਜਦੋਂ ਸੱਤ ਦੀ ਗੱਲ ਕਰਨ ਨਿਕਲਣਾ ਹੈ ਤਾਂ ਸਿੰਬਲਸ ਫਿਰ ਉਹਦੇ 'ਚ ਹੀ ਮਰਜ ਹੋ ਜਾਂਦੇ ਹਨ। ਕਮਾਲ ਦੀ ਵਾਰਤਾਲਾਪ ਕੱਲ੍ਹ ਅਸੀਂ ਸਾਂਝੀ ਕੀਤੀ। ਦਰਸ਼ਨ ਹਨ ਗੁਰੂ ਨਾਨਕ ਸਾਹਿਬ ਦੇ ਇਸ ਬਾਣੀ ਦੇ ਵਿੱਚ। ਆਪਣੇ ਜੀਵਨ ਦੇ ਆਖਰੀ ਸਾਲ ਵਿੱਚ ਇਹ ਸਾਰੀ ਕੰਪੋਜੀਸ਼ਨ ਮਹਾਰਾਜ ਨੇ ਦਰਜ ਕੀਤੀ ਹੈ। ਔਰ ਜਿਹੜੀ ਲਾਸਟ ਡਿਸਕਸ਼ਨ ਹੋਈ, ਜਿਹਦੇ 'ਚੋਂ ਹਿੱਸਾ ਅਸੀਂ ਕੁਝ ਸਮੇਂ ਤੋਂ ਪੜ੍ਹ ਰਹੇ ਹਾਂ, ਅਚਲ ਬਟਾਲੇ ਵਿੱਚ ਪਈ। ਬਹੁਤ ਜ਼ਿਆਦਾ ਦੂਰ ਨਹੀਂ ਹੈ ਜਿੱਥੇ ਮਹਾਰਾਜ ਹਨ। ਸ਼ਿਵਰਾਤ ਦੇ ਮੇਲੇ ਵਿੱਚ ਹਜੂਰ ਜਾ ਵੜੇ ਹਨ, ਪਹੁੰਚ ਗਏ ਹਨ। ਆਓ ਸੱਚ ਦੀ ਗੱਲ ਕਰੀਏ। ਸਭਾ ਬਣਾਉਣੀ ਪਏਗੀ, ਸੱਚ ਦੀ ਗੱਲ ਕਰਨੀ ਪਏਗੀ ਤਾਂ ਕੁਛ ਸੁਣਨਾ ਪਏਗਾ, ਕੁਛ ਦੱਸਣਾ ਪਏਗਾ। ਉਹਨਾਂ ਨੂੰ ਨਾਲ ਬਿਠਾਉਣਾ ਪਏਗਾ ਜਿਨ੍ਹਾਂ ਨੂੰ ਸੱਚ ਦੀ ਭੁੱਖ ਹੈ। ਇੱਥੇ ਪਰਿਵਾਰ ਦਾ ਫਰਕ ਹੋ ਜਾਂਦਾ ਹੈ। ਭਗਤ ਰਵਿਦਾਸ ਨੇ ਵੀ ਇਸੇ ਤਰ੍ਹਾਂ ਦਾ ਕੁਝ ਸਾਨੂੰ ਇਸ਼ਾਰਾ ਕੀਤਾ ਹੈ। ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਜੋ ਮੇਰੇ ਸ਼ਹਿਰ ਦਾ ਵਾਸੀ ਹੈ, ਜੋ ਇਸ ਸੱਚਖੰਡ ਦਾ ਵਾਸੀ ਹੈ, ਜੋ ਬੈਕੁੰਠ ਦਾ ਵਾਸੀ ਹੈ, ਜੋ ਬੇਗਮਪੁਰਾ ਦਾ ਵਾਸੀ ਹੈ, ਉਹੀ ਤਾਂ ਮੀਤ ਹੈ ਮੇਰਾ। ਬਾਕੀ ਤਾਂ ਸਮੇਂ ਵਿੱਚ ਬਦਲਦੇ ਜਾਣਗੇ। ਦੁਨੀਆ ਦਾ ਪਰਸਪੈਕਟਿਵ ਬਦਲ ਜਾਂਦਾ ਹੈ। ਅਸੀਂ ਜੀਵਨ ਤੋਂ ਦੁਨੀਆ ਨੂੰ ਦੇਖੀਏ ਜਾਂ ਮੌਤ ਤੋਂ, ਦੋਨਾਂ 'ਚ ਪਰਸਪੈਕਟਿਵ ਦਾ ਬਹੁਤ ਫਰਕ ਹੈ।
ਔਰ ਮੌਤ ਦੀ ਟ੍ਰਾਂਸੈਂਡੈਂਸ ਤੋਂ ਫਿਰ ਜੀਵਨ ਨੂੰ ਦੇਖਣਾ ਤਾਂ ਫਿਰ ਪਰ ਬ੍ਰਹਮ ਦੀ ਗੱਲ ਹੈ। ਬ੍ਰਹਮ ਗਿਆਨੀ ਹੀ ਕਰ ਸਕਦਾ ਹੈ। ਇਹ ਬ੍ਰਹਮ ਗਿਆਨ ਦੀ ਗੱਲ ਚੱਲ ਰਹੀ ਹੈ ਕੁਝ ਸਮੇਂ ਤੋਂ। ਇਹ ਪੂਰੀ ਬਾਣੀ ਹੀ ਬ੍ਰਹਮ ਗਿਆਨ ਦੇ ਦਰਸ਼ਨ ਹਨ। ਅਸੀਂ ਅੱਜ ਕੱਲ੍ਹ ਲੱਭਦੇ ਹਾਂ, ਕੋਈ ਲੱਭ ਜਾਏ ਸਾਨੂੰ, ਗੁਰੂ ਨੂੰ ਲੱਭਦੇ ਹਾਂ। ਮਹਾਰਾਜ ਨੇ ਸਮਝਾਇਆ ਗੁਰੂ ਹੈ ਕੌਣ, ਗੁਰੂ ਨੂੰ ਮਿਲਣਾ ਕਿਵੇਂ ਹੈ। ਮੈਂ ਕਿਸੇ ਨੂੰ ਗੁਰੂ ਧਾਰ ਲਿਆ, ਉਹਦੇ ਕੋਲ ਜਾ ਕੇ ਬੈਠਾ, ਦੁਨਿਆਵੀ ਗੱਲਾਂ ਕਰਦਾ ਰਿਹਾ, ਦੁਨੀਆ ਦੀ ਹੀ ਗੱਲ ਮਿਲੇਗੀ, ਔਰ ਆਪਣਾ ਮਨ ਨਹੀਂ ਤਿਆਗਿਆ ਤਾਂ ਗੁਰੂ ਨੂੰ ਨਹੀਂ ਮਿਲਿਆ। ਜੋ ਮੇਰਾ ਐਕਸਪੀਰੀਅੰਸ ਹੈ, ਜੋ ਮੈਂ ਹਾਂ, ਅਗਰ ਉਹ ਮੈਂ ਕਾਇਮ ਰੱਖ ਕੇ ਕਿਸੇ ਨੂੰ ਵੀ ਮਿਲਾਂਗਾ ਤਾਂ ਉਹਦੇ ਇਨਫਲੂਐਂਸ ਵਿੱਚ ਨਹੀਂ ਆਵਾਂਗਾ। ਗੁਰੂ ਦੀ ਗੱਲ ਨੂੰ ਸੁਣ ਕੇ ਮੈਂ ਆਪਣੀ ਗੱਲ ਨਾਲ ਪਰਖਾਂਗਾ ਤਾਂ ਮੈਂ ਜ਼ਿਆਦਾ ਸਿਆਣਾ ਹੋਇਆ। ਫਿਰ ਤਾਂ ਗੁਰੂ ਸਾਹਿਬ ਮਨ ਨਾਲ ਔਰ ਮਨ ਦੀ ਗੱਲ ਨੂੰ ਲਗਾਤਾਰ ਸਾਹਮਣੇ ਰੱਖ ਕੇ ਚੱਲ ਰਹੇ ਹਨ। ਜੋ ਚੇਂਜ ਹੋਣਾ ਹੈ ਮਨ ਦੇ ਵਿੱਚ ਹੋਣਾ ਹੈ। ਅੱਜ ਦੇ ਦੋ ਪਦੇ ਇੱਕ ਹੋਰ ਹੀ ਉੱਤਮ ਸਿਖਰ ਦੇ ਪਦੇ ਹਨ। ਜੇ ਇਸ ਪੂਰੇ ਬ੍ਰਹਮੰਡ ਵਿੱਚ ਫਿਜ਼ੀਕਲ ਵਰਲਡ ਨੂੰ ਤਿਆਗ ਦਿੱਤਾ ਜਾਏ ਤਾਂ ਫਿਰ ਕੀ ਹੈ ਜੀਵਨ। ਕੁਝ ਇਸੇ ਤਰ੍ਹਾਂ ਦੀ ਗੱਲ ਹੀ ਅੱਜ ਚਲੇਗੀ। ਸਿੱਧ ਮਹਾਰਾਜ ਨੂੰ ਪੁੱਛਣਗੇ ਯੋਗੀ ਕਿ ਜੇ ਸਰੀਰ ਨਾ ਹੋਇਆ ਤਾਂ ਫਿਰ ਕੀ ਹੈ, ਜੇ ਸਵਾਸ ਨਾ ਹੋਇਆ ਤਾਂ ਫਿਰ ਕੀ ਹੈ, ਸ਼ਬਦ ਕਿੱਥੇ ਰਹਿੰਦਾ ਹੈ, ਸਰੀਰ ਨਹੀਂ ਹੈ ਤਾਂ। ਸਰੀਰ नहीं है तो फिर की है। ਇਹ ਨਵੀਂ ਡੈਪਥ ਹੈ ਸਾਰੀ ਗੱਲ ਦੀ। ਇਸ ਮਨ को कोई खोजो पाई, तन छुटकियो मन कहाँ समाई। कित्थे जावांगे असी शरीर छड़ के। इस गल दी विचार इन्हां दोनों पदियां विच चलेगी। रहा उहदी तुक कमाल दी तुक है इस बाणी दी। क्या भवीए सच सुचा होए, क्यों घुमदा रहिंदा है। सच नूं मिलेगा तो सुचा होएगा, उस तो बिना नहीं हो सकता। असी गलत और सही विच ही घूमते रहंदे हाँ। मैं तो ठीक हाँ, मेरे नाल क्यों माड़ा होया। गल कित्थे है, इहदी कुंजी कित्थे है सारी गल दी। Where is the foundation of this thought process which will transform my life and give me the vision of reality। गल तो इत्थे है। मैं कहना मैं ठीक हाँ, मेरे नाल माड़ा क्यों कीता निरंकार ने। मैं की है, यही तो खोज है जीवन दी सारी। मैं कौन हाँ। ऐसे एक्सपीरियंस दे करके तो असी सब कुछ करते हाँ। एक जन जाके बंजी जंपिंग करता है, एक बड़ी उच्ची जगह ते जाके जोखम शरीर नूं पांदा है। की जानन वास्ते, की हद है जीवन दी, की थ्रिल आएगा मौत दे नाल खड़े होके। मैं की हाँ, प्रश्न दे पिछे यही है। मैं कौन हाँ। सब कुछ मन विच छिपिया है। महाराज कहते हैं मन नूं जान लांगे सब कुछ जानांगे। मन जीते जग जीत। जित और हार तो असी बना देती जीवन दी। पैसे का नफा होता है तो असी जितते समझते हैं अपने आप को। गुरु नहीं कहता यह गल। सिद्धा नाल वार्तालाप हो रही है। 4 जगह ते यह वार्तालाप हुई है। नानक मते रीठा साहब सुमेर पर्वत चले गए हैं ऊपर। 6000 मीटर की हाइट है। कितना एफर्ट लग गया होएगा। और फिर अचल बटाले शिवरात दे मेले च। आओ सच की गल करिए, आओ निरंकार की कोई गल करिए। आओ असी भी अपने गुरु तो प्रेरणा लैके गुरु के शब्द के विचार विच डुब के अपने मन नूं निरंकार के शब्द के दर्शन वल टोरीए।
ਕੋਈ ਵੀਰ ਭੈਣ ਇਹਨਾਂ ਦੋਨਾਂ ਪਦਿਆਂ ਨੂੰ ਪੜ੍ਹਦੇ ਤਾਂ ਸਾਹਿਬ ਨੂੰ ਅੱਜ ਮਿਲਣ ਦਾ ਯਤਨ ਕਰਦੇ ਹਾਂ ਇਕਾਗਰ ਮਨ ਵਿੱਚ। ਕੀ ਪਤਾ ਹੈ ਕਦੋਂ ਕੁੰਜੀ ਮਿਲ ਜਾਏ ਜੀਵਨ ਦੀ। ਇਸੇ ਤਰ੍ਹਾਂ ਤਾਂ ਦੇ ਸਕਦਾ ਹੈ ਗੁਰੂ, ਪਿਆਰ ਆਪਣਾ ਦਿੰਦਾ ਹੈ। ਅਸੀਂ ਲੈਣ ਦੇ ਪਾਤਰ ਨਹੀਂ ਹਾਂ, ਗੁਰੂ ਤਾਂ ਦਿੰਦਾ ਹੀ ਹੈ। ਮਾਤਾ ਪੁੱਛਦੀ ਸੀ ਬੱਚਿਆਂ ਨੂੰ ਗੁਰਿਆਈ ਨਹੀਂ ਦਿੰਦੇ। ਗੁਰੂ ਕਹਿੰਦੇ ਹਨ ਮੈਂ ਤਾਂ ਕਿਉਂ ਮਨਾ ਕਰਦਾ, ਲੈਣ ਦੇ ਪਾਤਰ ਨਹੀਂ ਹਨ, ਮੈਂ ਕੀ ਕਰਾਂ। ਤਾਂ ਗੁਰੂ ਅੰਗਦ ਨੂੰ ਗੁਰਿਆਈ ਦੇ ਦਿੱਤੀ। ਲੈਣਾ ਮੈਂ ਤੇਰਾ ਦੇਣਾ ਹੈ। ਇੱਕ ਪ੍ਰੇਮ ਦੀ ਖੇਡ ਹੈ, ਸੱਚ ਦੀ ਖੇਡ ਇੱਕ ਵਹਿੰਦਾ ਦਰਿਆ ਹੈ, ਕੋਈ ਥੰਮ ਨਹੀਂ ਸਕਦਾ ਇਹਨੂੰ। ਗੁਰੂ ਅਮਰਦਾਸ, ਇਹ ਗੁਰੂ ਲੋਕ ਕੀ ਹਨ? ਇਹ ਸੱਚ ਦੇ ਵਪਾਰੀ ਹਨ। ਇਹਨਾਂ ਨਾਲ ਵਪਾਰ ਕਿਵੇਂ ਕਰਨਾ ਹੈ? ਆਪਣੇ ਮਨ ਨੂੰ ਵੇਚ ਕੇ। ਮਨ ਕੀ ਹੈ? ਅਸੀਂ ਕਾਫੀ ਸਮੇਂ ਤੋਂ ਵਿਚਾਰ ਰਹੇ ਹਾਂ। ਆਓ ਅੱਜ ਦੇ 2 ਪਦਿਆਂ ਦੇ ਦਰਸ਼ਨ ਕਰੀਏ, ਸਾਹਿਬ ਦੇ ਵਿਚਾਰਾਂ ਨਾਲ ਨਿਹਾਲ ਹੋਈਏ। ਬਹੁਤ ਧੰਨਵਾਦ। ਵਾਹਿਗੁਰੂ ਜੀ। ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ ਜਾਂ ਇਹ ਹਿਰਦਾ ਦੇਹ ਨ ਹੋਤੀ, ਤੋ ਮਨ ਕੈਠੇ ਰਹਿਤਾ। ਨਾਭ ਕਮਲ ਅਸਤੰਭ ਨ ਹੋਤੋ, ਤਾ ਪਵਨ ਕਵਨ ਘਰ ਸਹਿਤਾ। रूप न हो तो रेख न काई, ता शब्द कहाँ लिव लाई। रक्त बिंद की मणि न होती, मित कीमत नहीं पाई। वर्ण पेख असरूप न जापी, क्यों कर जापस साचा। नानक नाम रते बैरागी, इब तब साचो साचा। ਹਿਰਦਾ ਦੇ ਨ ਹੋਤੀ ਓਦੂ, ਤੋ ਮਨ ਸੁਨ ਰਹਿ ਬੈਰਾਗੀ। ਨਾਭ ਕਮਲ ਅਸਤੰਭ ਨ ਹੋਤੋ, ਤਾ ਨਿਜਗਰ ਬਸਤੋਂ ਪਵਨ ਅਨਰਾਗੀ। ਰੂਪ ਨ ਰੇਖਿਆ ਜਾਤ ਨ ਹੋਤੀ, ਤੋ ਅਕੁਲੀਣ ਰਹਿਤੋ ਸ਼ਬਦ ਸੁਸਾਰ। ਗੋਨ ਗਗਨ ਜਬ ਤਬੇ ਨ ਹੋਤੂ, ਤ੍ਰਿਭਵਨ ਜੋਤ ਆਪੇ ਨਿਰੰਕਾਰ। ਵਰਨ ਭੇਖ ਅਸ ਰੂਪ ਸੋ ਏਕੋ, ਏਕੋ ਸ਼ਬਦ ਵਿਡਾਣੀ। ਸਾਚ ਬਿਨਾ ਸੂਚਾ ਕੋ ਨਾਹੀ, ਨਾਨਕ ਅਕਥ ਕਹਾਣੀ। ਸਾਚ ਬਿਨਾ ਸੂਚਾ ਕੋ ਨਾਹੀ, ਨਾਨਕ ਅਕਥ ਕਹਾਣੀ। ਜੇ ਕੋਈ ਜੀਵਨ ਦਾ ਨਿਚੋੜ ਦੱਸਣਾ ਚਾਹੇ ਤਾਂ ਇਸ ਪੰਕਤੀ ਵਿੱਚ ਸਾਰੇ ਜੀਵਨ ਦਾ ਨਿਚੋੜ ਨਜ਼ਰ ਆ ਰਿਹਾ ਹੈ। ਸਾਚ ਬਿਨਾ ਸੂਚਾ ਕੋ ਨਾਹੀ। ਇਹੀ ਰਹਾਉ ਦੀ ਤੁਕ ਦੀ ਵੀ ਲਿੰਕੇਜ ਇੱਥੋਂ ਆ ਰਹੀ ਹੈ। ਸਾਚ ਬਿਨਾ ਸੂਚਾ ਕੋ ਨਾਹੀ, ਨਾਨਕ ਅਕਥ ਕਹਾਣੀ। ਗੁਰੂ ਕਹਿ ਰਹੇ ਹਨ ਇਹ ਕਹਾਣੀ ਅਕਥ ਹੈ, ਇਹਦੀ ਗੱਲ ਤਾਂ ਕਰ ਰਹੇ ਹਨ। ਸਾਚ ਬਿਨਾ ਸੂਚਾ ਕੋ ਨਾਹੀ, ਨਾਨਕ ਅਕਥ ਕਹਾਣੀ। ਜੇ ਕੋਈ ਜੀਵਨ ਦਾ ਨਿਚੋੜ ਪੁੱਛਣਾ ਚਾਹੇ ਤਾਂ ਇਸ ਪੰਕਤੀ ਵਿੱਚ ਜੀਵਨ ਦਾ ਪੂਰਾ ਨਿਚੋੜ ਹੈ। ਅਸੀਂ ਜਦੋਂ ਸਹੀ ਔਰ ਗਲਤ ਵਿੱਚ ਜੀਵਨ ਨੂੰ ਦੇਖਣਾ ਸ਼ੁਰੂ ਕਰਦੇ ਹਾਂ ਤਾਂ ਫਿਰ ਸਾਨੂੰ ਇਹਦਾ ਗਿਆਨ ਨਹੀਂ ਹੈ ਜੋ ਇਹ ਪੰਕਤੀ ਕਹਿ ਰਹੀ ਹੈ। ਬਿਨਾਂ ਉਸ ਸਾਚ ਦੇ ਅਸੀਂ ਸੂਚੇ ਨਹੀਂ ਹੋ ਸਕਦੇ ਹਾਂ, ਪ੍ਰਵਾਨ ਨਹੀਂ ਹੋ ਸਕਦੇ ਹਾਂ। ਸਾਚ ਬਿਨਾ ਸੂਚਾ ਕੋ ਨਾਹੀ। ਮਹਾਰਾਜ ਇੱਕ ਗੱਲ ਸਾਡੇ ਗੱਲ ਪੱਲੇ ਪਾ ਰਹੇ ਹਨ ਕਿ ਸੱਚ ਨੂੰ ਪਾਣਾ ਜ਼ਰੂਰੀ ਹੈ, ਤਾਂ ਹੀ ਸੁੱਚੇ ਹੋਵਾਂਗੇ। ਇਹਦੇ ਪਿੱਛੇ ਬੜਾ ਡੂੰਘਾ ਕਾਰਨ ਹੈ। ਹਜ਼ੂਰ ਉਹ ਵੀ ਦੱਸਣਗੇ ਸਾਨੂੰ। ਅੱਜ ਇਸ ਯੋਗੀਆਂ ਦੀ ਸਭਾ ਵਿੱਚ ਬਹੁਤ ਉੱਤਮ ਵਿਚਾਰ ਹੋ ਰਹੀ ਹੈ। ਜੀਵਨ ਦੀ ਉਹ ਗੱਲਾਂ ਦੀ ਵਿਚਾਰ ਹੋ ਰਹੀ ਹੈ
ਜਿਹੜੀ ਆਮ ਤੌਰ 'ਤੇ ਅਸੀਂ ਕਦੇ ਵੀ ਆਪਸ 'ਚ ਨਹੀਂ ਸਾਂਝੇ ਕਰਦੇ। ਮਾਫ਼ ਕਰਨਾ, ਪਰ ਜਗਿਆਸੂ ਹੁੰਦੇ ਹੋਏ ਇਹ ਗੱਲਾਂ ਹੋਣੀਆਂ ਚਾਹੀਦੀਆਂ ਹਨ। ਅਸੀਂ ਕਾਹਦੇ ਲਈ ਆਏ ਹਾਂ ਜੀਵਨ ਵਿੱਚ? ਜੇ ਜੀਵਨ ਨੂੰ ਜਾਣਿਆ ਨਹੀਂ ਤਾਂ ਫਿਰ ਜੀਆ ਕੀ? ਜੀਵਨ ਨੂੰ ਜਾਣਨ ਵਾਸਤੇ ਇਹ ਤਹਾਂ ਪਰਤੋਲਣੀਆਂ ਪੈਣਗੀਆਂ, ਇਹ ਪੰਨੇ ਪਰਤਣੇ ਪੈਣਗੇ ਮਨ ਦੇ, ਜਿਨ੍ਹਾਂ ਵਿੱਚ ਜੀਵਨ ਦਾ ਸੱਚ ਛਿਪਿਆ ਹੈ। ਗੁਰੂ ਨਾਨਕ ਸਾਹਿਬ, ਹਜ਼ੂਰ ਦੇ ਦਰਸ਼ਨ ਨਿਰਾਲੇ ਹਨ, ਜੀਵਨ ਨੂੰ ਬਦਲ ਸਕਦੇ ਹਨ। ਇੱਕ ਜਣਾ ਨਦੀ ਦੇ ਪਾਰ ਖੜਾ ਹੈ, ਉਹ ਮੈਨੂੰ ਦੱਸ ਸਕਦਾ ਹੈ ਕਿਵੇਂ ਨਦੀ ਨੂੰ ਪਾਰ ਕਰਨਾ ਹੈ ਕਿ ਡੁੱਬੋ ਨਾ। ਉਹਨੂੰ ਗਿਆਨ ਹੈ, ਉਹਨੂੰ ਨਦੀ ਬਾਰੇ ਗਿਆਨ ਹੈ, ਪਰ ਮੈਂ ਉਹਦਾ ਭਰੋਸਾ ਨਹੀਂ ਕਰਦਾ। ਮੈਨੂੰ ਮੇਰੇ ਲਾਈਫ ਐਕਸਪੀਰੀਅੰਸ ਦਾ ਜ਼ਿਆਦਾ ਭਰੋਸਾ ਹੈ। ਮੈਨੂੰ ਲੱਗਦਾ ਹੈ ਮੈਂ ਦੇਖ ਲਵਾਂਗਾ ਕਿੱਥੇ ਡੂੰਘਾ ਹੈ, ਕਿੱਥੇ ਨਹੀਂ ਹੈ, ਪਰ ਇਹ ਮੇਰੀ ਅਗਿਆਨਤਾ ਹੈ। ਨਦੀ ਦੀ ਤਹਿ ਦੇ ਵਿੱਚ ਕੀ ਹੋ ਰਿਹਾ ਹੈ ਉਹ ਮੈਨੂੰ ਨਜ਼ਰ ਨਹੀਂ ਆ ਰਿਹਾ। ਸਮਝ ਲਓ ਨਦੀ ਮੇਰਾ ਮਨ ਹੈ ਔਰ ਮਨ ਮੈਲਾ ਹੈ। ਹੁਣ ਮਨ ਮੈਲਾ ਹੋਣ ਕਰਕੇ ਮਨ ਦੇ ਅੰਦਰ ਕੀ ਛਿਪਿਆ ਹੈ ਉਹ ਮੈਨੂੰ ਨਹੀਂ ਦਿਖਦਾ ਪਿਆ। ਇਸੇ ਤਰ੍ਹਾਂ ਨਦੀ ਮੈਲੀ ਹੈ ਔਰ ਨਦੀ ਦੇ ਬੇਸ ਵਿੱਚ ਕੀ ਹੈ, ਕਿਤਨੀ ਡੂੰਘਾਈ ਹੈ, ਉਹ ਦਿਖ ਹੀ ਨਹੀਂ ਰਿਹਾ। ਬਿਨਾਂ ਸੋਚਾ ਹੋਏ ਮਨ ਨੂੰ ਨਹੀਂ ਜਾਣ ਪਾਵਾਂਗੇ ਜਦ ਤੱਕ ਮਨ ਦੀ ਮੈਲ ਨਹੀਂ ਜਾਂਦੀ। ਬਿਨਾਂ ਨਦੀ ਦੇ ਵਿੱਚ ਜੋ ਮੈਲ ਹੈ ਉਸ ਨੂੰ ਹਟਾਏ ਬਿਨਾਂ ਨਦੀ ਕਿਤਨੀ ਗਹਿਰੀ ਹੈ ਉਹ ਨਹੀਂ ਦਿਖੇਗਾ। ਇਸੇ ਤਰ੍ਹਾਂ ਅਸੀਂ ਡੁੱਬ ਜਾਂਦੇ ਹਾਂ। ਨਾ ਅਸੀਂ ਜੀਵਨ ਨੂੰ ਜਾਣਦੇ ਹਾਂ, ਨਾ ਮੌਤ ਨੂੰ ਜਾਣਦੇ ਹਾਂ। ਔਰ ਜੀਵਨ ਔਰ ਮੌਤ ਆਪਸ ਵਿੱਚ ਇਸ ਤਰ੍ਹਾਂ ਰਲੇ ਮਿਲੇ ਹਨ ਜਿਵੇਂ ਸਰੀਰ ਦੀ ਦੋ ਲੱਤਾਂ ਹੋਣ। ਅਸੀਂ ਸੋਚਦੇ ਹਾਂ ਅਸੀਂ ਜੀਵਨ ਨੂੰ ਜਾਣਦੇ ਹਾਂ, ਇਸ ਕਰਕੇ ਅਸੀਂ ਇੱਕ ਲੱਤ ਨੂੰ ਪਕੜ ਕੇ ਬੈਠੇ ਹਾਂ। ਇਹੀ ਜੀਵਨ ਹੈ। ਪਰ ਮੌਤ ਔਰ ਮੌਤ ਤੋਂ ਪਰੇ ਕੀ ਹੈ ਇਹ ਕੌਣ ਦੱਸੇਗਾ ਸਾਨੂੰ? ਇਹਦੀ ਵਿਚਾਰ ਨਹੀਂ ਹੈ ਸਾਡੇ ਕੋਲ, ਇਹਦਾ ਗਿਆਨ ਨਹੀਂ ਹੈ ਸਾਡੇ ਕੋਲ। ਇਹੀ ਸਾਡੇ ਡਰ ਦਾ ਵੀ ਕਾਰਨ ਹੈ। ਅਸੀਂ ਜੀਵਨ ਦੀ ਇੱਕੋ ਲੱਤ ਨੂੰ ਜਾਣਦੇ ਹਾਂ ਔਰ ਸਾਨੂੰ ਇਸ ਤੋਂ ਡਰ ਬੜਾ ਲੱਗਦਾ ਹੈ ਕਿ ਇਹ ਵੀ ਹੁਣ ਹੱਥੋਂ ਚਲੀ ਜਾਏਗੀ, ਫਿਰ ਕੀ ਹੋਏਗਾ? ਜੋ ਦਿਖ ਰਿਹਾ ਹੈ ਉਹ ਜੀਵਨ ਹੈ। ਜੋ ਹੋਇਆ ਉਸ ਦੀ ਬਾਰ-ਬਾਰ ਡਿਸਕਸ਼ਨ ਕਰਕੇ ਅਸੀਂ ਇਹ ਸੋਚਦੇ ਹਾਂ ਅਸੀਂ ਜੀਵਨ ਨੂੰ ਜਾਣ ਲਿਆ। ਅੱਜ ਮੇਰੇ ਨਾਲ ਇਹ ਮਾੜਾ ਹੋਇਆ, ਅੱਜ ਮੇਰੇ ਨਾਲ ਇਹ ਬਹੁਤ ਚੰਗਾ ਹੋਇਆ। ਬਸ ਇੱਥੇ ਹੀ ਜੀਵਨ ਦਾ ਗਿਆਨ ਖਤਮ ਹੋ ਜਾਂਦਾ ਹੈ। ਜੋ ਚੰਗਾ ਹੁੰਦਾ ਹੈ ਉਹ ਮੇਰੇ ਕਾਰਨ ਹੈ, ਜੋ ਮਾੜਾ ਹੋਇਆ ਉਹ ਮੇਰੇ ਨਾਲ ਨਿਰੰਕਾਰ ਨੇ ਧੋਖਾ ਕੀਤਾ। ਇਹੀ ਇੱਕ ਰੂਪ ਹੈ ਦੁਨੀਆ ਨੂੰ ਦੇਖਣ ਦਾ। ਨੋਟ ਕਰਨਾ, ਦੋਨਾਂ ਵਿੱਚ ਮੈਂ ਆ ਜਾਂਦਾ ਹੈ। ਅਸੀਂ ਆਪਣੇ ਮੈਂ ਨੂੰ ਜੀਵਨ ਵਿੱਚ ਰੀਇਨਫੋਰਸ ਕਰਦੇ ਰਹਿੰਦੇ ਹਾਂ। ਮੈਂ ਹਾਂ, ਇਹ ਬਾਰ-ਬਾਰ ਸਾਨੂੰ ਦੱਸਣ ਦੀ ਲੋੜ ਕਿਉਂ ਪੈ ਗਈ ਹੈ? ਮੈਂ ਕੀ ਹਾਂ ਇਹ ਮੈਂ ਜਾਣਿਆ ਨਹੀਂ ਹੈ। ਦੋ ਗੱਲਾਂ ਮੈਂ ਬਾਰ-ਬਾਰ ਚਾਹੁੰਦਾ ਹਾਂ, ਮੈਂ ਹਾਂ ਔਰ ਮੈਂ ਸਦਾ ਲਈ ਸੁਖੀ ਹਾਂ। ਇਹ ਦੋ ਕੰਡੀਸ਼ਨਸ ਦੁਨੀਆ 'ਚ ਸਾਰੇ ਲੱਭਦੇ ਪਏ ਹਾਂ ਅਸੀਂ। ਇੱਕ ਪੁਰਾਣੀ ਕਥਾ ਹੈ, ਸੁੱਤੇ ਹੋਏ ਜਨ ਨੂੰ ਸੂਫੀ ਦੀ ਕਥਾ ਹੈ ਕਿ ਉਸ ਨੂੰ ਸੁਪਨਾ ਆਇਆ ਕਿ ਉਹਦੇ ਸ਼ਹਿਰ ਦੇ ਫਲਾਣੇ ਪੇੜ ਦੇ ਥੱਲੇ ਸੋਨਾ ਦੱਬਿਆ ਹੈ। ਤਾਂ ਉਸ ਪੇੜ ਤੇ ਜਾ ਕੇ ਖੋਦਣ ਲੱਗਾ। ਅਗਲੇ ਦਿਨ ਖੋਦਦੇ ਖੋਦਦੇ ਪਰੇਸ਼ਾਨ ਹੋ ਗਿਆ, ਕੁਝ ਲੱਭਿਆ ਨਹੀਂ। ਉੱਥੇ ਇੱਕ ਸਿਆਣਾ ਬੈਠਾ ਸੀ। ਉਹ ਮੁਸਕਰਾ ਕੇ ਇਹਨੂੰ ਪੁੱਛਣ ਲੱਗਾ, ਕੀ ਕਰਦਾ ਹੈ?
ਥੱਕਿਆ ਹੋਇਆ ਬੋਲ ਪਿਆ, ਰਾਤ ਸੁਪਨਾ ਆਇਆ ਸੀ। ਤਾਂ ਸਿਆਣਾ ਹੱਸਿਆ, ਧਿਆਨ ਕਰਨਾ, ਸੁਪਨਾ ਕੀ ਸੀ? ਪੇੜ ਦੇ ਥੱਲੇ ਸੋਨਾ ਦੱਬਿਆ ਹੈ। ਸਿਆਣੇ ਨੇ ਬੋਲਿਆ, ਇਹੋ ਜਿਹਾ ਪੇੜ ਤੇਰੇ ਘਰ ਵਿੱਚ ਵੀ ਹੈ? ਬੋਲਾ, ਹਾਂ। ਤਾਂ ਤੇਰੇ ਘਰ ਦੇ ਥੱਲੇ ਸੋਨਾ ਦੱਬਿਆ ਹੈ, ਤੂੰ ਕਿੱਧਰ ਲੱਭਣ ਨਿਕਲਿਆ? ਇਹ ਸਾਡੀ ਸਾਰਿਆਂ ਦੀ ਕਥਾ ਹੈ। ਸਾਡੇ ਮਨ ਦੇ ਅੰਦਰ ਇੱਕ ਭੰਡਾਰ ਹੈ ਗਿਆਨ ਦਾ, ਇੱਕ ਸੋਮਾ ਹੈ ਆਨੰਦ ਦਾ, ਇੱਕ ਨਦੀ ਬਹਿ ਰਹੀ ਹੈ ਪ੍ਰੇਮ ਦੀ, ਔਰ ਉਹ ਸਦਾ ਲਈ ਹੈ। ਉਸ ਨੂੰ ਲੱਭਦੇ ਹੋਏ ਅਸੀਂ ਸਾਰਾ ਜੀਵਨ ਭਟਕਦੇ ਫਿਰਦੇ ਹਾਂ, ਕਦੇ ਰਿਲੇਸ਼ਨਸ਼ਿਪਸ ਵਿੱਚ, ਕਦੇ ਆਪਣੇ ਕਾਰੋਬਾਰ ਦੇ ਵਿੱਚ, ਕਦੇ ਸੁਸਾਇਟੀ ਦੇ ਸਟੇਟਸ ਦੇ ਵਿੱਚ। ਹਰ ਜਗ੍ਹਾ ਅਸੀਂ ਲੱਭਦੇ ਪਏ ਹਾਂ, ਮੇਰਾ ਸੁੱਖ ਕਿੱਥੇ ਹੈ? ਮਹਾਰਾਜ ਨੇ ਇਸ ਬਾਣੀ ਵਿੱਚ ਸਾਨੂੰ ਬਹੁਤ ਕੁਝ ਸਮਝਾਇਆ ਹੈ। ਕੁਝ ਪਤੇ ਰਹਿ ਗਏ ਹਨ, ਪਰ ਕੁਝ ਸ਼ਬਦ ਐਸੇ ਹਨ ਜਿਹੜੇ ਹਜ਼ੂਰ ਨੇ ਬਾਰ-ਬਾਰ ਮਨ ਵਿੱਚ ਘੜੇ ਹਨ। ਨਾਮ, ਸਹਿਜ, ਸ਼ਬਦ, ਇਹ ਤਾਂ ਬਿਲਕੁਲ ਇਸ ਤਰ੍ਹਾਂ ਮਹਾਰਾਜ ਨੇ ਸਾਨੂੰ ਸਮਝਾਏ ਹਨ ਜਿਵੇਂ ਕਿ ਇਹ ਰੋਜ਼ ਦਾ ਤਕੀਆ ਕਲਾਮ ਹੋਣਾ ਚਾਹੀਦਾ ਹੈ ਸਿੱਖ ਦਾ। ਪਿਛਲੇ 2 ਪਦਿਆਂ ਵਿੱਚ ਸਿੱਧਾ ਨੇ ਮਨ ਬਾਰੇ ਕੁਝ ਗੱਲ ਚਲਾਈ ਹੈ। ਪਹਿਲੇ ਮਨ ਬਾਰੇ ਪੁੱਛਿਆ, ਫਿਰ ਪਵਨ ਬਾਰੇ ਪੁੱਛਿਆ ਜੋ ਜੀਵਨ ਦਾ ਪ੍ਰਾਣ ਹਨ, ਫਿਰ ਸ਼ਬਦ ਬਾਰੇ ਪੁੱਛਿਆ, ਫਿਰ ਇਹ ਪੁੱਛਿਆ ਕਿ ਬਾਣੀ ਕਿੱਥੇ ਰਹਿੰਦੀ ਹੈ। ਸਾਹਿਬ ਨੇ ਇਹ ਸਮਝਾਇਆ ਹੈ, ਪਿਛਲੇ ਪਦੇ ਵਿੱਚ ਦੱਸਿਆ ਹੈ ਕਿ ਮਨ ਹਿਰਦੇ ਵਿੱਚ ਰਹਿੰਦਾ ਹੈ। ਨਾਭੀ ਦੇ ਵਿੱਚ ਪਵਨ ਦਾ ਸਵਾਸ ਦਾ ਸੈਂਟਰ ਹੈ। ਨਾਭੀ ਦੀ ਗੱਲ ਚਲਾਈ ਹੈ ਮਹਾਰਾਜ ਨੇ। ਫਿਰ ਹਜ਼ੂਰ ਨੇ ਸਮਝਾਇਆ ਸ਼ਬਦ ਬਾਰੇ, ਪਰ ਇਹ ਸਿੱਧ ਵੀ ਥੋੜੇ ਪਹੁੰਚੇ ਹੋਏ ਹਨ, ਬਹੁਤ ਹੀ ਪਹੁੰਚੇ ਹੋਏ ਹਨ। ਗੁਰੂ ਸਾਹਿਬ ਦੇ ਪ੍ਰਸ਼ਨਾਂ ਦੇ ਉੱਤਰ ਸੁਣ ਕੇ ਉਹਨਾਂ ਵਿੱਚ ਹੋਰ ਡੂੰਘੇ ਪ੍ਰਸ਼ਨ ਖੜੇ ਕਰ ਰਹੇ ਹਨ। ਅੱਜ ਦੀ ਗੱਲ ਮਹਾਰਾਜ ਨੇ, ਯੋਗੀ ਪੁੱਛ ਰਹੇ ਹਨ ਕਿ ਜੇ ਫਿਜ਼ੀਕਲ ਲਾਈਫ ਨੂੰ ਖਤਮ ਕਰ ਦਈਏ ਤਾਂ ਫਿਰ ਮਨ ਕਿੱਥੇ ਹੈ? ਇਸ ਤਰ੍ਹਾਂ ਸਮਝੀਏ ਕਿ ਇਹ ਫਿਜ਼ੀਕਲ ਜੀਵਨ ਹਟਾ ਦਿੰਦੇ ਆ ਪਿਕਚਰ 'ਚੋਂ। ਜੋ ਕੁਝ ਦਿਖ ਰਿਹਾ ਹੈ, ਜੋ ਕੁਝ ਸੁਣ ਰਿਹਾ ਹੈ, ਜੋ ਫੀਲ ਹੋ ਰਿਹਾ ਹੈ, ਇਹਨੂੰ ਹਟਾ ਦਿੰਦੇ ਆ ਤਾਂ ਫਿਰ ਕੀ ਹੈ? ਪ੍ਰਸ਼ਨ ਤਾਂ ਇਹ ਨਹੀਂ ਹੈ, ਪਰ ਇਹਦਾ ਮਤਲਬ ਇਹ ਬਣਦਾ ਹੈ। ਆਓ ਪਹਿਲਾ ਪ੍ਰਸ਼ਨ ਦੇਖੀਏ ਸਾਹਿਬ ਨੂੰ ਕੀ ਪੁੱਛਿਆ ਹੈ। ਜਾ ਇਹ ਹਿਰਦੇ ਦੇਹ ਨਾ ਹੋਤੀ ਤੋ ਮਨ ਕੈਠੇ ਰਹਿਤਾ। ਜਾ ਇਹ ਹਿਰਦੇ ਦੇਹ ਨਾ ਹੋਤੀ, ਕਿਉਂਕਿ ਹਜ਼ੂਰ ਨੇ ਦੱਸਿਆ ਸੀ ਕਿ ਮਨ ਹਿਰਦੇ ਵਿੱਚ ਰਹਿੰਦਾ ਹੈ, ਦੇਹ ਦੇ ਵਿੱਚ ਰਹਿੰਦਾ ਹੈ। ਦੇਹ ਔਰ ਮਨ ਇਹ ਲਿੰਕਡ ਹਨ। ਮਨ ਦਾ ਇੱਕ ਐਕਸਟਰਨਲ ਐਕਸਪੀਰੀਅੰਸ ਸਰੀਰ ਕਰਕੇ ਹੈ। ਆਓ ਇਹਨੂੰ ਥੋੜ੍ਹਾ ਵਿਚਾਰੀਏ, ਕਿਉਂਕਿ ਮਨ ਦੀ ਗੱਲ ਥੋੜ੍ਹੀ ਮਸਤਾਨੀ ਹੈ, ਸਾਨੂੰ ਪੂਰੀ ਗਿਆਨ ਨਹੀਂ ਹੈ। ਇਹ ਜਿਹੜਾ ਮਨ ਹੈ, ਇਹ ਇੰਦਰੀਆਂ ਨਾਲ ਬਾਹਰ ਨੂੰ ਐਕਸਪ੍ਰੈਸ਼ਨ ਵਿੱਚ ਆ ਜਾਂਦਾ ਹੈ। ਇਸ ਮਨ ਨੂੰ ਹੁਣ ਸਟਰਕਚਰ ਮਿਲ ਗਿਆ। ਜਿਵੇਂ ਬਾਣੀ ਕਹਿ ਰਹੀ ਹੈ, ਇਹ ਮਨ 5 ਤੱਤ ਤੇ ਜਨਮਾ। ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ 5 ਤੱਤ ਤੇ ਜਨਮਾ। ਇਹ ਜਿਹੜਾ ਮਨ ਹੈ 5 ਤੱਤ ਕਰਕੇ ਜਨਮ ਲੈ ਚੁੱਕਿਆ। ਇਹ ਮਨ ਔਰ ਉਨਮਨ, ਇਹ 2 ਮਨ ਦੀ ਅਵਸਥਾ ਬਾਣੀ ਗੱਲ ਕਰਦੀ ਹੈ। ਇਹਨੇ ਜਨਮ ਲੈ ਲਿਆ, ਸਰੀਰ ਮਿਲਿਆ, ਮਨ ਬਾਹਰ ਦੇ ਐਕਸਪ੍ਰੈਸ਼ਨ ਵਿੱਚ ਆ ਗਿਆ। ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ 5 ਤੱਤ ਕੋ ਜੀਓ। 5 ਤੱਤਾਂ ਨਾਲ ਇਹ ਜੀਵਨ ਲੈ ਲਿਆ ਇਹਨੇ। ਪਰ ਫਿਰ ਇਹਦੇ ਅੱਗੇ ਚਲਦੀ ਹੈ ਬਾਣੀ, ਇਹ ਮਨ ਲੈ ਜਿਉਂ ਉਨ ਮਨ ਰਹੇ। ਇਹ ਮਨ ਲੈ ਜਿਉਂ उन मन रहे तो 3 लोक की बातें कहे। बात ਤਾਂ 3 ਲੋਕਾਂ ਦੀ ਕਰਨ ਦੀ ਹੈ।
ਬਾਤ ਤਾਂ ਉਸ ਜਗ੍ਹਾ ਦੀ ਕਰਨ ਦੀ ਹੈ ਜਿਹਦਾ ਕੋਈ ਸਟਰਕਚਰ ਹੀ ਨਹੀਂ ਹੈ, ਜਿਹੜੀ ਦੇਖੀ ਹੀ ਨਹੀਂ ਜਾ ਸਕਦੀ। ਤਾਂ ਬਾਣੀ ਕਹਿੰਦੀ ਹੈ ਇਹ ਮਨ ਲੈ, ਇਹ ਮਨ ਜਦੋਂ ਜਾਏਗਾ ਤਾਂ ਫਿਰ ਉਨ ਮਨ ਦੇ ਵਿੱਚ ਹਾਜ਼ਰ ਹੋ ਜਾਏਗਾ, ਉਨ ਮਨ ਰਹਿ ਜਾਏਗਾ। ਫਿਰ ਜਿਸ ਤਰ੍ਹਾਂ ਬਾਣੀ ਵਿੱਚ ਸਮਝਾਇਆ ਮਹਾਰਾਜ ਨੇ ਕੱਲ 2 ਪਦਾਂ ਪਹਿਲੇ ਦੱਸਿਆ ਕੀ ਹੈ, ਆਪੇ ਆਪ ਖਾਏ ਤਾਂ ਨਿਰਮਲ ਹੋਵੇ। ਹਉਮੈ ਨੂੰ ਖਾ ਲਿਆ, ਨਿਰਮਲ ਹੋ ਗਿਆ। ਮੈਂ ਆਪਣੀ ਹੋਂਦ ਨੂੰ ਸੰਭਾਲਣਾ ਚਾਹੁੰਦਾ ਹਾਂ, ਉੱਥੋਂ ਹੀ ਮੇਰਾ ਮਲ, ਮੇਰੀ ਮਨ ਦੀ ਮੈਲ ਉੱਥੋਂ ਹੀ ਆਰੰਭ ਹੁੰਦੀ ਹੈ। ਮੈਂ ਜੋ ਕੁਛ ਵੀ ਬਣਾਵਾਂਗਾ ਆਪਣੇ ਹੰਕਾਰ ਦੇ ਵਿੱਚ, ਉਹ ਨਿਰੰਕਾਰ ਦੀ ਬਣਤ ਨਹੀਂ ਹੈ, ਉਹ ਮੇਰੀ ਹਉਮੈ ਦੀ ਹੀ ਰਿਫਲੈਕਸ਼ਨ ਹੈ। ਇਟ ਕੈਨ ਬੀ ਕਲੋਜ਼ ਟੂ ਪਰਫੈਕਸ਼ਨ ਬਟ ਨੈਵਰ ਪਰਫੈਕਸ਼ਨ। ਆਨੰਦ ਰੂਪ ਰਵਿਓ ਸਭ ਮੱਦੇ, ਜਤ ਕਤ ਪੇਖੋ ਜਾਈ। ਇਹ ਤਾਂ ਹਾਲ ਨਿਰੰਕਾਰ ਦਾ ਹੈ, ਉਹ ਆਨੰਦ ਰੂਪ ਵਿੱਚ ਫੈਲਿਆ ਹੋਇਆ ਹੈ ਹਰ ਜਗ੍ਹਾ। ਇੱਕ ਜੀਵਨ ਵਿੱਚ ਸੈਲੀਬ੍ਰੇਸ਼ਨ ਚੱਲ ਰਹੀ ਹੈ ਕਣ ਕਣ ਵਿੱਚ। ਇਸ ਸ੍ਰਿਸ਼ਟੀ ਦੇ ਹਰ ਕਣ ਵਿੱਚ ਮਹਾਰਾਜ ਕਹਿ ਰਹੇ ਹਨ ਇੱਕ ਸੈਲੀਬ੍ਰੇਸ਼ਨ ਚੱਲ ਰਹੀ ਹੈ। ਆਨੰਦ ਰੂਪ ਰਵਿਓ ਸਭ ਮੱਦੇ। ਜਿੱਧਰ ਦੇਖਦੇ ਹਾਂ, ਜਿੱਧਰ ਐਕਸਪੀਰੀਅੰਸ ਕਰਦੇ ਹਾਂ, ਉਹ ਆਨੰਦ ਹਾਜ਼ਰ ਹੈ, ਨਿਰੰਤਰ। ਅਸੀਂ ਉਸ ਨੂੰ ਬਾਹਰ ਦੇ ਐਕਸਪੀਰੀਅੰਸਿਸ ਵਿੱਚ ਫੀਲ ਕਰ ਲੈਂਦੇ ਹਾਂ। ਪ੍ਰਤੀਬਿੰਬ ਹੈ, ਰਿਫਲੈਕਸ਼ਨ ਹੈ ਉਸ ਅੰਤਰ ਵਸੇ ਆਨੰਦ ਦੀ। ਇਟ ਕੈਨ ਟ੍ਰਿਗਰ, ਦ ਫਿਜ਼ੀਕਲ ਕੈਨ ਟ੍ਰਿਗਰ ਮਾਈ ਹੈਪੀਨੈਸ, ਬਟ ਹੈਪੀਨੈਸ ਲਿਵਸ ਵਿਦਿਨ ਅਸ। ਔਰ ਜਦੋਂ ਕਾਰਨ ਕਰਕੇ ਸੁੱਖ ਹੁੰਦਾ ਹੈ ਤਾਂ ਉਹ ਦੁੱਖ ਹੋ ਜਾਂਦਾ ਹੈ। ਫਿਰ ਇਹ ਬੜੀ ਰਿਅਲਾਈਜ਼ੇਸ਼ਨ ਹੈ। ਮਹਾਰਾਜ ਕਹਿੰਦੇ ਨੇ ਆਪੇ ਆਪ ਖਾਏ, ਆਪਣੇ ਮਨ ਨੂੰ ਆਪ ਹੀ ਖਾ ਲੈਂਦਾ ਹੈ ਤਾਂ ਨਿਰਮਲ ਹੋਵੇ, ਤਾਵਤ ਵਰਜ ਰਹਾਏ। ਫਿਰ ਕਦੇ ਵੀ ਇੱਧਰ ਉੱਧਰ ਭ੍ਰਮਣ ਵਾਸਤੇ ਨਹੀਂ ਰਹਿੰਦਾ ਹੈ, ਫਿਰ ਇਹ ਸਟੇਬਲ ਹੋ ਜਾਂਦਾ ਹੈ। ਪਰ ਕਿਵੇਂ ਹੁੰਦਾ ਹੈ ਮਹਾਰਾਜ? ਜਦੋਂ ਮੇਰਾ ਹਉਮੈ ਵਾਲਾ ਜੀਵਨ ਜਾਏਗਾ ਔਰ ਹੁਕਮ ਵਾਲਾ ਆ ਜਾਏਗਾ। ਮੇਰੇ ਮਨ ਵਿੱਚ ਜਦੋਂ ਇੱਕ ਨਵਾਂ ਐਕਸਪੀਰੀਅੰਸ ਖੁੱਲ੍ਹੇਗਾ, ਉਸ ਨੂੰ ਗੁਰੂ ਸਾਹਿਬ ਨੇ ਬਹੁਤ ਵਾਰ ਸਮਝਾਇਆ ਹੈ ਸਾਨੂੰ ਇਸ ਬਾਣੀ ਵਿੱਚ। ਜੀ ਤਾਂ ਕਰਦਾ ਹੈ ਕਈ ਵਾਰ ਐਸੇ ਬਾਣੀ ਨੂੰ ਵਿਚਾਰਦੇ ਰਹੀਏ, ਕਿਉਂਕਿ ਇਹਦਾ ਐਕਸਪੀਰੀਅੰਸ ਅਧਿਆਤਮਕ ਹੈ, ਸਪਿਰਿਟ ਦਾ ਹੈ। ਔਰ ਮੇਰੇ ਵਰਗੇ ਦੀ ਕੋਈ ਹਿੰਮਤ ਨਹੀਂ ਹੈ ਕਿ ਇਹਨੂੰ ਪੂਰੀ ਤਰ੍ਹਾਂ ਜਾਣ ਸਕੇ ਕਦੇ ਵੀ। ਹਾਂ, ਗੁਰੂ ਦੀ ਕੁਝ ਝਲਕ ਕਦੇ ਕਦੇ ਸ਼ਾਇਦ ਮਿਲ ਜਾਂਦੀ ਹੈ, ਪਰ ਫਿਰ ਵੀ ਮਨ ਕਠੋਰ ਹੈ, ਪੱਥਰ ਰੂਪ ਹੈ ਮਨ, ਆਪਣਾ ਹਉਮੈ ਬਚਾ ਕੇ ਚੱਲਦਾ ਹੈ। ਸਿਆਲਕੋਟ ਦੀ ਕਥਾ ਯਾਦ ਆਉਂਦੀ ਹੈ, ਮਰਨਾ ਸੱਚ ਔਰ ਜੀਣਾ ਝੂਠ। ਉਹੀ ਹਾਲ ਸਾਡਾ ਵੀ ਹੈ। ਅਸੀਂ ਜਾਣ ਕੇ ਵੀ ਗੁਰੂ ਦੇ ਨਾਲ ਨਹੀਂ ਜਾਂਦੇ। ਗੁਰੂ ਤਾਂ ਸਭ ਕੁਝ ਦੇਣਾ ਚਾਹੁੰਦਾ ਹੈ, ਪਰ ਅਸੀਂ ਆਪਣਾ ਆਪ ਬਚਾਉਣਾ ਚਾਹੁੰਦੇ ਹਾਂ। ਸਾਨੂੰ ਮੀ ਇਜ਼ ਮੋਰ ਇੰਪੋਰਟੈਂਟ ਦੈਨ ਦ ਰੈਵਲੇਸ਼ਨ ਆਫ ਲਾਈਫ। ਇਹ ਚੋਇਸਿਸ ਹਨ ਸਾਰੀਆਂ। ਗੱਲ ਤਾਂ ਸਾਰੀ ਇੱਥੇ ਹੈ ਬਸ। ਆਈ ਐਮ ਮੋਰ ਇੰਪੋਰਟੈਂਟ ਟੂ ਮਾਈ ਸੈਲਫ ਦੈਨ ਦ ਰੈਵਲੇਸ਼ਨ ਆਫ ਲਾਈਫ। ਕਿਉਂਕਿ ਉਹ ਤਾਂ ਰਿਵੀਲ ਤਾਂ ਹੀ ਹੋਏਗੀ ਜਦੋਂ ਮੈਂ ਨਹੀਂ ਹੋਏਗਾ। ਜਦੋਂ ਮੈਂ ਜਾਏਗਾ ਫਿਰ ਹੀ ਉਹ ਆਏਗਾ। ਜਿਸ ਤਰ੍ਹਾਂ ਸਾਹਿਬ ਨੇ ਅੱਜ ਦੱਸਿਆ, ਉਨ ਮਨ ਦੀ ਗੱਲ ਸਮਝਾਈ। ਇਹ ਮਨ ਲੈ ਜਿਉ ਉਨ ਮਨ ਰਹੇ। ਉਨ ਮਨ literally translated means no mind, where there is no thought, beyond thought. ਗੁਰੂ ਸਾਹਿਬ ਨੇ ਇਸ ਬਾਣੀ ਵਿੱਚ ਤ੍ਰਿਕੁਟੀ ਦੀ ਗੱਲ ਕੀਤੀ, ਈੜਾ ਪਿੰਗਲਾ ਸੁਖਮਨਾ ਦੀ ਗੱਲ ਕੀਤੀ। ਸਭ ਕੁਝ ਵਿਚਾਰਿਆ ਹੈ,
ਨਾਲ ਉਹਨਾਂ ਨੇ ਇਹ ਵੀ ਸਮਝਾਇਆ ਕਿ ਜਦੋਂ ਮਨ ਸੁੰਨ ਸਮਾਧ ਵਿੱਚ ਜਾਏਗਾ, ਸੁੰਨ ਸਮਾਧ ਇੱਕ ਅਵਸਥਾ ਹੈ ਮਨ ਦੀ, ਸੁੰਨ, ਜਦੋਂ ਮਨ ਆਪਣੇ ਅੰਤਰ ਵਿੱਚ ਵਾਪਸ ਚਲਾ ਗਿਆ, ਇਹ ਮਨ ਦਾ ਐਕਸਪੀਰੀਅੰਸ ਹੈ। ਗੁਰੂ ਸਾਹਿਬ ਅੱਜ ਇਸ ਗੱਲ ਨੂੰ ਅੱਗੇ ਚਲਾ ਰਹੇ ਹਨ। ਸ਼ੁਰੂ ਵਿੱਚ ਯੋਗੀ ਪੁੱਛਦੇ ਹਨ, ਜਾ ਐ ਹਿਰਦੈ ਦੇਹ ਨਾ ਹੋਤੀ ਤਾਂ ਮਨ ਕੈਠੇ ਰਹਿਤਾ। ਜੇ ਇਸ ਮਨ ਵਿੱਚ ਹਿਰਦੇ ਨਾ ਹੋਏ, ਦੇਹ ਨਾ ਹੋਏ, ਤਾਂ ਮਨ ਕਿੱਥੇ ਰਹਿੰਦਾ ਹੈ? ਇਹ ਮਨ ਕਿੱਥੇ ਰਹਿੰਦਾ ਹੈ ਮਹਾਰਾਜ? ਨਾਭ ਕਮਲ ਅਸਥਮ ਨਾ ਹੋਤੇ ਤਾਂ ਪਵਨ ਕਵਨ ਕਹਿਰ ਸਹਿਤਾ। ਤਾਂ ਇਹ ਪਵਨ ਜਿਹੜੀ ਹੈ, ਸਵਾਸ ਕਿੱਥੇ ਰਹਿੰਦਾ ਹੈ? ਅਗਰ ਸਰੀਰ ਨਾ ਹੋਏ ਤਾਂ ਸਵਾਸ ਕਿੱਥੇ ਰਹਿੰਦਾ ਹੈ ਮਹਾਰਾਜ? ਨਾਭੀ ਨਾ ਹੋਏ, ਸਵਾਸ ਕਿੱਥੇ ਰਹੇਗਾ? ਇਹ ਖੰਭਾ ਜਿਸ ਤੇ ਸਭ ਜੀਵਨ ਖੜਾ ਹੈ, ਮਹਾਰਾਜ ਕਹਿੰਦੇ ਹਨ ਕਿ ਸਵਾਸ ਕਿੱਥੇ ਹੈ? ਉਹ ਨਾਭੀ ਵਿੱਚ ਹੈ। ਯੋਗੀ ਕਹਿੰਦੇ ਹਨ ਨਾਭੀ ਨਾ ਹੋਏ ਤਾਂ ਫਿਰ ਕਿੱਧਰ ਹੈ? ਇਹ ਕਿਹੜਾ ਘਰ ਹੈ ਪਵਨ ਦਾ? ਰੂਪ ਨਾ ਹੋਤੇ ਰੇਖ ਨਾ ਕਾਈ ਤਾਂ ਸ਼ਬਦ ਕਹਾਂ ਲਿਵ ਲਾਈ। ਹੁਣ ਅਸੀਂ ਡਿਫਰੈਂਸ਼ੀਏਟ ਜੀਵਨ ਵਿੱਚ ਕਿਸ ਤਰ੍ਹਾਂ ਕਰਦੇ ਹਾਂ? ਰੂਪ ਕਰਕੇ ਕਰਦੇ ਹਾਂ, ਡਿਫਰੈਂਟ ਫਾਰਮਸ ਕਰਕੇ ਕਰਦੇ ਹਾਂ। ਅਗਰ ਇਹ ਫਾਰਮ ਨੂੰ ਹਟਾ ਲਿਆ ਜਾਏ ਤਾਂ ਸਾਰੀ ਡਿਫਰੈਂਸ਼ੀਏਸ਼ਨ ਗਿਰ ਜਾਂਦੀ ਹੈ। ਯੋਗੀ ਸਾਹਿਬ ਨੂੰ ਪੁੱਛਦੇ ਹਨ, ਰੂਪ ਨਹੀਂ ਹੈ ਔਰ ਰੇਖ ਨਹੀਂ ਹੈ ਤਾਂ ਫਿਰ ਕੀ ਹੈ? ਸ਼ਬਦ ਕਿੱਥੇ? ਸ਼ਬਦ ਨਾਲ ਕਿਵੇਂ ਲਿਵ ਲੱਗੇਗੀ ਫਿਰ? ਕੁਐਸਚਨ ਕੀ ਹੈ? ਸ਼ਬਦ ਫਿਰ ਕਿੱਥੇ ਰਹਿੰਦਾ ਹੈ? ਜੀਵਨ ਵਿੱਚ ਇਹੋ ਜਿਹੇ ਪ੍ਰਸ਼ਨ ਨਾ ਕਿਸੇ ਨੇ ਸਾਨੂੰ ਦੱਸੇ ਹਨ ਔਰ ਨਾ ਹੀ ਉਹ ਪ੍ਰਸ਼ਨ ਸਾਡੇ ਸਾਹਮਣੇ ਆਉਂਦੇ ਹਨ। ਇਸ ਪੱਖ ਤੋਂ ਇਹ ਬਾਣੀ ਬੜੀ ਨਿਰਾਲੀ ਹੈ। ਆਪ ਇਹਨਾਂ ਤਿੰਨਾਂ ਪ੍ਰਸ਼ਨਾਂ ਵਿੱਚ ਦੇਖੋ ਤਾਂ ਫਿਜ਼ੀਕਲ ਫਾਰਮ ਕੋਲੈਪਸ ਹੋ ਰਿਹਾ ਹੈ। ਮਨ ਦਾ ਹਿਰਦੇ ਰਹਿੰਦਾ ਹੈ, ਸਰੀਰ ਨਹੀਂ ਹੈ, ਨਾਭੀ ਨਹੀਂ ਹੈ ਤਾਂ ਪਵਨ ਕਿੱਥੇ ਹੈ? ਰੂਪ ਨਹੀਂ ਹੈ ਤਾਂ ਸ਼ਬਦ ਕਿੱਥੇ ਹੈ? ਫਿਰ ਅੱਗੇ ਗੱਲ ਕਰਦੇ ਹਨ, ਰਕਤ ਔਰ ਬਿੰਦ ਕੀ ਮੜੀ ਨਾ ਹੋਤੀ। रक्त, ब्लड और बिंद, सीमन, इन्हां तो शरीर बनता है और रक्त और बिंद की मड़ी ना होती, ए नहीं है हुण तो फॉर्म सारा गिर गया। फॉर्मलैस विच जीवन चल रहा है। हुण योगी हुण इस डिस्कशन नूं उत्थे ले जा रहे हैं जिथे कुछ भी दिखता नहीं है, फिजिकल फॉर्म खत्म हो गया है। रक्त बिंद की मड़ी ना होती, मित कीमत नहीं पाई, और यदि मेजरमेंट नहीं हो सकती। वरण पेख असरूप न जापी, वरण डिफरेंशिएशन ऑफ कलर, पेख शेप, असरूप न जापी, इनू नहीं जानते असी। कौं कर जापस सारा सच्चा, तो फिर किधर रहिंदा है सच्चा। महाराज ने यह गल्लां पिछली पंक्तियां विच कीतियां हन, जिस तो हुण एस्कलेट करके योगियां ने होर डीपर क्वेश्चनस पूछे हैं। महाराज ने जो समझाया सी शब्द बारे, समझाया सी पवन बारे, समझाया सी मन बारे, हुण उस तो अगे निकल के योगी पुछदे हन कि यह जो तुसी कहंदे हो जिथे वसदे हन, यह शरीर नाल फॉर्म नाल रिलेशन रखते हैं, असी इन्हां नूं हटा दिंदे हां, फिर कित्थे है मन, फिर कित्थे है पवन, यह श्वास कित्थे है, फिर शब्द कित्थे है। वरण पेख असरूप न जापी, क्यों कर जापस साचा, तो कित्थे सच्चा रहिंदा है। गुरु नानक साहब ने लास्ट पंक्ति विच अपना व्यू पॉइंट दस्या है, और यह बड़ा उत्तम
ਵਿਜ਼ਨ ਹੈ ਲਾਈਫ ਦਾ। ਮਹਾਰਾਜ ਨੇ ਕਿਹਾ ਕਿ ਅਸੀਂ ਜੀਵਨ ਨੂੰ ਅਗਰ ਜਾਣਨਾ ਹੈ ਤਾਂ ਕਿਵੇਂ ਜਾਣ ਸਕਦੇ ਹਾਂ। ਨਾਨਕ ਨਾਮ ਰਤੇ ਬੈਰਾਗੀ, ਇਤ ਤਬ ਸਾਚੋ ਸਾਚਾ। ਜੀਵਨ ਨੂੰ ਪੂਰੀ ਤਰ੍ਹਾਂ ਜਾਣਨਾ ਹੈ, ਨਾਮ ਦੇ ਵਿੱਚ ਰਚੇ ਜਾਓ। ਨਾਮ ਦੇ ਵਿੱਚ ਹਉਮੈ ਨੂੰ ਬਹਾ ਦਿਓ। ਆਈਡੈਂਟਿਟੀ ਜਿੱਥੇ ਨਹੀਂ ਹੈ ਉੱਥੇ ਜੀਣਾ ਸਿੱਖ ਲਓ। ਇਸ ਅਵਸਥਾ ਵਿੱਚ ਜਾਏ ਬਿਨਾਂ ਮਹਾਰਾਜ ਕਹਿੰਦੇ ਨੇ ਸੱਚ ਨੂੰ ਨਹੀਂ ਜਾਣ ਪਾਵਾਂਗੇ। ਜਿੱਥੇ ਫਾਰਮ ਖਤਮ ਹੁੰਦਾ ਹੈ, ਜਿੱਥੇ ਮੇਰੀ ਆਈਡੈਂਟਿਟੀ ਖਤਮ ਹੁੰਦੀ ਹੈ, ਉਸ ਤੋਂ ਜੀਵਨ ਦਾ ਸੱਤ ਸ਼ੁਰੂ ਹੁੰਦਾ ਹੈ। ਨਾਨਕ ਨਾਮ ਰਤੇ ਬੈਰਾਗੀ। ਬੈਰਾਗੀ, ਬੈਰਾਗੀ ਕੀ ਹੈ ਮਹਾਰਾਜ? ਬਾਣੀ ਕੀ ਕਹਿ ਰਹੀ ਹੈ ਬੈਰਾਗ ਬਾਰੇ? ਨਾਮ ਰਤੇ ਬੈਰਾਗੀ, ਉਹ ਜਿਸਨੇ ਜੀਵਨ ਨੂੰ ਜੀਵਨ ਦੇ ਪੱਖੋਂ ਤੋੜ ਕੇ ਦੂਸਰੇ ਰਾਗ ਨਾਲ ਜੋੜ ਦਿੱਤਾ। ਜੋ ਮਨ ਮਰਹਿ ਆਪਣਾ ਮਾਰਹਿ ਆਪਣਾ, ਸੇ ਪੁਰਖ ਬੈਰਾਗੀ ਰਾਮ। ਇਹ ਆਈਡੈਂਟਿਟੀ ਵਾਲਾ ਮਨ ਮਾਰ ਦਿੱਤਾ। ਜੋ ਮਨ ਮਾਰਹਿ ਆਪਣਾ, ਜਿਸਨੇ ਇਸ ਮਨ ਨੂੰ ਮਾਰ ਦਿੱਤਾ, ਯਾਨੀ ਕਿ ਇਹ ਮਨ ਮੇਰੀ ਲਾਈਫ ਦੀ ਫਾਊਂਡੇਸ਼ਨ ਨਹੀਂ ਰਿਹਾ। ਤਾਂ ਫਿਰ ਮੇਰੀ ਲਾਈਫ ਦੀ ਫਾਊਂਡੇਸ਼ਨ ਕੀ ਰਹੇਗਾ ਮਹਾਰਾਜ? ਉਨ ਮਨ ਦੀ ਇੱਕ ਅਵਸਥਾ ਦੀ ਗੱਲ ਮਹਾਰਾਜ ਨੇ ਕਰ ਦਿੱਤੀ ਹੈ। ਅਗਰ ਮੈਂ ਉਸ ਅਵਸਥਾ ਨੂੰ ਜਾਣ ਲਿਆ ਤਾਂ ਮੈਂ ਜੀਵਨ ਨੂੰ ਕੰਪਲੀਟਲੀ ਜਾਣ ਲਿਆ। ਇਸ ਮਨ ਨੂੰ ਵੀ ਜਾਣ ਲਿਆ ਜਿਹੜਾ ਕੌਨਸਟੈਂਟ ਮੂਵਮੈਂਟ ਵਿੱਚ ਹੈ, ਔਰ ਉਸ ਮਨ ਨੂੰ ਵੀ ਜਾਣ ਲਿਆ ਜਿਹੜਾ ਸਥਿਰ ਹੈ। ਹੁਣ ਲਾਈਫ ਦੀ ਫਾਊਂਡੇਸ਼ਨ ਬਦਲ ਗਈ। ਹੁਣ ਲਾਈਫ ਦੀ ਫਾਊਂਡੇਸ਼ਨ ਇਹ ਵਾਲਾ ਮਨ ਨਹੀਂ ਰਿਹਾ। ਹੁਣ ਉਨ ਮਨ ਲਾਈਫ ਦੀ ਫਾਊਂਡੇਸ਼ਨ ਬਣ ਗਿਆ। ਇੱਕ ਇਹੋ ਜਿਹੀ ਅਵਸਥਾ ਜਿੱਥੇ ਸਦਾ ਵਿਕਾਸ ਹੈ। ਨਾਨਕ ਭਗਤਾਂ ਸਦਾ ਵਿਕਾਸ, ਸੁਣਿਐ ਦੁੱਖ ਪਾਪ ਕਾ ਨਾਸ। ਇਹ ਦਰਵਾਜ਼ਾ ਖੋਲ੍ਹਣ ਵਾਲਾ ਜੀਵਨ ਦਾ, ਜਿਹੜਾ ਮੈਂ ਨਹੀਂ ਖੋਲ੍ਹ ਪਾ ਰਿਹਾ। ਕਿਉਂਕਿ ਜਿਸ ਦਿਨ ਸ਼ਬਦ ਦੇ ਰਾਹੀਂ ਮੈਂ ਉਸ ਉਨਮਨ ਦੀ ਅਵਸਥਾ ਨੂੰ ਜਾਣ ਲਿਆ ਤਾਂ ਮੈਂ ਅਨਸੀਨ ਵਰਲਡ ਨੂੰ ਜਾਣ ਲਿਆ, ਅਨਡਿਫਾਈਨਡ ਨੂੰ ਜਾਣ ਲਿਆ। ਦੇਖੋ ਮਹਾਰਾਜ ਅੱਜ ਇਹੀ ਗੱਲ ਇਸ ਬਾਣੀ ਵਿੱਚ ਵੀ ਕਰ ਰਹੇ ਹਨ। ਅਕਥ ਕਥਾ ਬਹੁਤ ਪਦਿਆਂ ਪਹਿਲੇ ਲਾਓ ਤzu ਦੀ ਗੱਲ ਚਲਾਈ ਸੀ ਅਸੀਂ ਇੱਕ ਵਾਰ। ਇੱਕ ਚੀਨ ਦਾ ਸਾਧੂ ਹੈ, ਉਸਨੇ ਇੱਕ ਕਿਤਾਬ ਲਿਖੀ ਤਾਓ ਤੇ ਚਿੰਗ। ਬੜੀ ਮੰਨੀ ਹੋਈ ਕਿਤਾਬ ਹੈ। ਤਾਓ ਇੱਕ ਤਰ੍ਹਾਂ ਦਾ ਧਰਮ ਹੈ ਚੀਨ ਵਿੱਚ। ਉਸ ਦੀ ਪਹਿਲੀ ਲਾਈਨ 'ਚੋਂ ਲਿਖਦਾ ਹੈ ਕਿ ਟਰੁਥ ਕੈਨ ਨੈਵਰ ਬੀ ਰਿਟਨ ਅਬਾਊਟ। ਮੈਂ ਚੱਲਿਆ ਤਾਂ ਹਾਂ ਸੱਚ ਦੀ ਗੱਲ ਕਰਨ, ਪਰ ਉਹਦੀ ਗੱਲ ਤਾਂ ਹੋ ਹੀ ਨਹੀਂ ਸਕਦੀ। ਇੱਕ ਗੱਲ ਮਹਾਰਾਜ ਨੇ ਸਾਨੂੰ ਇਸ ਬਾਣੀ ਵਿੱਚ ਦੱਸੀ ਹੈ ਬੜੇ ਪਿਆਰ ਨਾਲ। ਗੁਰੂ ਕੌਣ ਹੈ? ਗੁਰੂ ਦੇ ਮਿਲਣ ਨਾਲ ਕੀ ਮਿਲੇਗਾ? ਸਤਿਗੁਰ ਕੇ ਜਨਮੇ ਗਮਨ ਮਿਟਾਇਆ। ਇੱਕ ਜਨਮ ਮਿਲੇਗਾ, ਸਪਿਰਿਚੁਅਲ ਲਾਈਫ ਦਾ ਜਨਮ ਮਿਲੇਗਾ। ਜਦੋਂ ਮਨ ਜਗੇਗਾ, ਮਨ ਸ਼ਬਦ ਨਾਲ ਜਦੋਂ ਜੁੜੇਗਾ ਤਾਂ ਮਹਾਰਾਜ ਗੁਰੂ ਕੀ ਦੇਗਾ? ਪੂਰੇ ਗੁਰ ਤੇ ਨਾਮ ਪਾਇਆ ਜਾਏ। ਅਸੀਂ ਗੁਰੂ ਕੋਲ ਜਾਂਦੇ ਹਾਂ ਬਹੁਤ ਕੁਝ ਮੰਗਣ ਵਾਸਤੇ, ਪਰ ਗੁਰੂ ਕੋਲ ਇੱਕ ਅਵਸਥਾ ਹੈ ਮਨ ਦੀ ਜਿਹਦੀ ਕੋਈ ਵੈਲਿਊ ਨਹੀਂ ਪਾ ਸਕਦਾ ਦੁਨੀਆ ਵਿੱਚ, ਜਿਹਦੇ ਵਿੱਚ ਚਾਬੀ ਹੈ ਜੀਵਨ ਦੀ। ਚਾਬੀ ਤੋਂ ਭਾਵ ਸਲਿਊਸ਼ਨ ਸਨ ਸਾਰੀ ਲਾਈਫ ਦੇ। ਉਹ ਨਾਮ ਹੈ। ਨਾਮ ਦੀ ਗੱਲ ਹਜ਼ੂਰ ਨੇ ਲਗਾਤਾਰ ਇਸ ਬਾਣੀ ਵਿੱਚ ਕੀਤੀ ਹੈ। ਸ਼ਬਦ ਦੇ ਰੂਪ ਵਿੱਚ ਨਾਮ ਪ੍ਰਗਟ ਹੈ। ਫਿਰ ਗੁਰੂ ਦਾ ਭਾਵ ਵੀ ਸਮਝਾਇਆ ਹੈ ਸਾਨੂੰ। ਜਦੋਂ ਸਿੱਧਾ ਨੇ ਸਾਹਿਬ ਨੂੰ ਪੁੱਛਿਆ ਹੈ, ਕਵਣ ਮੂਲ ਕਵਣ ਮਤ ਵੇਲਾ, ਕਵਣ ਗੁਰੂ ਕਿਸ ਕਾ ਤੂੰ ਚੇਲਾ। ਕਿਹਦਾ ਚੇਲਾ? ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਹੈ ਆਪ ਦਾ ਗੁਰੂ ਕੌਣ ਹੈ? ਮਹਾਰਾਜ ਨੇ ਜਵਾਬ ਦਿੱਤਾ ਹੈ, ਪਵਨ ਅਰਮ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ।
ਜਿਸ ਨੂੰ ਅਸੀਂ ਫਿਜ਼ੀਕਲ ਗੁਰੂ ਸਮਝ ਕੇ ਚੱਲਦੇ ਹਾਂ ਜੀਵਨ ਵਿੱਚ, ਗੁਰੂ ਨੇ ਡਾਇਮੈਂਸ਼ਨ ਬਦਲ ਦਿੱਤੀ ਹੈ। ਸ਼ਬਦ ਗੁਰੂ ਦੱਸਿਆ ਹੈ ਸਾਨੂੰ, ਔਰ ਸੁਰਤ ਦੇ ਵਿੱਚ ਇੱਕ ਧੁਨ ਉੱਠੇਗੀ ਉਸ ਗੁਰੂ ਨੂੰ ਮਿਲਣ ਨਾਲ। ਤਾਂ ਸਿੱਖ ਦਾ ਕੀ ਕੰਮ ਹੈ ਮਹਾਰਾਜ? ਗਾਵੀਏ, ਸੁਣੀਏ, ਮਨ ਰੱਖੀਏ ਭਾਓ। ਉਸ ਸ਼ਬਦ ਨੂੰ ਗਾਣਾ, ਉਹਨੂੰ ਮਨ ਵਿੱਚ ਵਸਾਣਾ। ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਇਹ ਜਾਣਨਾ ਹੈ। ਗੁਰੂ ਸਾਹਿਬ ਨੇ ਜਿਹੜੀ ਇਹ ਪਹਿਲੀ ਪੰਕਤੀ, ਪਹਿਲੇ ਪਦੇ ਦੀ ਆਖਰੀ ਲਾਈਨ ਵਿੱਚ ਇੱਕ ਨਿਚੋੜ ਦੱਸਿਆ ਹੈ ਜੀਵਨ ਦਾ। ਨਾਨਕ ਨਾਮ ਰਤੇ ਬੈਰਾਗੀ। ਨਾਮ ਦੇ ਵਿੱਚ ਰਤੇ ਜਾਵਾਂਗੇ ਤਾਂ ਬੈਰਾਗ ਜਾਣ ਲਵਾਂਗੇ। ਮਨ ਨੂੰ ਮਾਰ ਲਵਾਂਗੇ, ਆਪਣੇ ਇਸ ਝੂਠੇ ਮਨ ਨੂੰ, ਜਿਹੜਾ ਹੰਕਾਰ ਔਰ ਹਉਮੈ ਵਾਲਾ ਮਨ ਹੈ। ਇਹਦੇ ਬਿਨਾਂ ਜੀਣਾ ਸਿੱਖ ਲਾਂਗੇ। ਅਸੀਂ ਇਹਦੇ ਬਿਨਾਂ ਜੀਣਾ ਨਹੀਂ ਜਾਣਦੇ। ਸਾਨੂੰ ਆਪਣੀ ਆਈਡੈਂਟੀਟੀ ਤੋਂ ਬਿਯੋਂਡ ਜੀਣਾ ਨਹੀਂ ਆਉਂਦਾ। देयर लाइज द इशू। ਮਹਾਰਾਜ ਦੱਸਦੇ ਹਨ, ਜੋ ਮਨ ਮਾਰੇ ਆਪਣਾ ਸੇ ਪੁਰਖ ਬੈਰਾਗੀ ਰਾਮ। ਉਹ ਹੈ ਬੈਰਾਗੀ। ਤਾਂ ਗੁਰੂ ਕਹਿ ਰਹੇ ਹਨ ਇੱਥੇ, ਨਾਨਕ ਨਾਮ ਰਤੇ ਬੈਰਾਗੀ। ਨਾਮ ਦੇ ਵਿੱਚ ਰਤ ਕੇ ਮਨ ਮਰੇਗਾ। ਇਬ ਤਬ ਸੱਚੋ ਸਾਚਾ। ਤਬ ਤਾਂ ਹੀ, ਕੇਵਲ ਤਾਂ ਹੀ ਅਸੀਂ ਸੱਚ ਨੂੰ ਜਾਣ ਪਾਵਾਂਗੇ। ਜਿਨ੍ਹਾਂ ਦੀ ਗੱਲ ਯੋਗੀ ਚਲਾ ਰਹੇ ਹਨ, ਯੋਗੀ ਔਰ ਸਿੱਧ ਇਹ ਪ੍ਰਸ਼ਨ ਪੁੱਛ ਰਹੇ ਹਨ ਸਾਹਿਬ ਨੂੰ ਕਿ ਕਿੱਥੇ ਹੈ ਜੀਵਨ ਦਾ ਤੱਤ? ਇਹ ਜਿਹੜਾ ਸਵਾਸ ਹੈ ਇਹ ਕਿੱਧਰ ਜਾਂਦਾ ਹੈ? ਇਹ ਜਿਹੜਾ ਮਨ ਹੈ ਬਿਨਾਂ ਸਰੀਰ ਦੇ ਇਹ ਕਿੱਥੇ ਰਹਿੰਦਾ ਹੈ? ਇਹ ਬਿਨਾਂ ਰੂਪ ਦੇ ਔਰ ਬਿਨਾਂ ਕਾਇਆ ਦੇ ਸ਼ਬਦ ਦੀ ਵਾਸਾ ਕਿੱਥੇ ਹੈ? ਬਿਨਾਂ ਰਕਤ ਔਰ ਬਿੰਦ ਦੇ ਨਿਰੰਕਾਰ ਕਿੱਥੇ ਹੈ? ਸੱਚਾ ਕਿੱਥੇ ਹੈ? ਤਾਂ ਗੁਰੂ ਨੇ ਦੱਸਿਆ ਹੈ, ਅਗਰ ਅਸੀਂ ਇਹਨਾਂ ਦੇ ਜਵਾਬ ਚਾਹੁੰਦੇ ਹਾਂ, ਜਿਵੇਂ ਕਿ ਕੋਈ ਕਹਿੰਦਾ ਹੈ ਕਿ ਇਹ ਡਾਇਮੈਂਸ਼ਨਸ ਬਿਯੋਂਡ ਥਾਟ ਨੇ, ਇਹਨਾਂ ਨੂੰ ਐਕਸਪੀਰੀਅੰਸ ਕੀਤਾ ਜਾ ਸਕਦਾ ਹੈ, ਇਹਨਾਂ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ। ਔਰ ਇਹ ਗੱਲ ਫਿਰ ਅਗਲੇ ਪਦੇ ਦੀ ਅਖੀਰਲੀ ਲਾਈਨ ਵਿੱਚ ਮਹਾਰਾਜ ਰੀਇਨਫੋਰਸ ਕਰਦੇ ਹੈ, ਸਾਚ ਬਿਨਾ ਸੂਚਾ ਕੋ ਨਾਹੀ, ਨਾਨਕ ਅਕਥ ਕਹਾਣੀ। ਇਹ ਕਹਾਣੀ ਕਹੀ ਨਹੀਂ ਜਾ ਸਕਦੀ, ਐਕਸਪੀਰੀਅੰਸ ਕੀਤੀ ਜਾ ਸਕਦੀ ਹੈ। ਬ੍ਰਹਮ ਗਿਆਨ ਦੀ ਗੱਲ ਚੱਲ ਰਹੀ ਹੈ, ਮਨ ਦੀ ਉਸ ਅਵਸਥਾ ਦੀ ਗੱਲ ਚੱਲ ਰਹੀ ਹੈ ਜਿਹੜੇ ਸ਼ਾਇਦ ਅਸੀਂ ਨਾਮ ਦੇ ਵਿੱਚ ਕਦੇ ਝਲਕ ਸਾਨੂੰ ਥੋੜ੍ਹੀ ਪੈਂਦੀ ਹੋਏ, ਪਰ ਅਸੀਂ ਪੂਰੀ ਤਰ੍ਹਾਂ ਜਾਣ ਨਹੀਂ ਪਾਉਂਦੇ ਉਸ ਨੂੰ। ਲਾਈਫ ਐਕਸਪੀਰੀਅੰਸ ਖੁੱਲ੍ਹਦਾ ਹੈ ਬ੍ਰਹਮ ਗਿਆਨ ਵੱਲ। ਬ੍ਰਹਮ ਗਿਆਨ ਯਾਨੀ ਮਨ ਦਾ ਸਟਰਕਚਰ ਜਾਣ ਲਿਆ ਕਿ ਮਨ ਦੇ ਵਿੱਚ ਸਟਰਕਚਰ ਹੈ ਕੀ। ਕਿਉਂਕਿ ਸਾਹਿਬ ਨੇ ਮਨ ਦੀ ਗੱਲ ਪਹਿਲੀ ਪੰਕਤੀ ਵਿੱਚ ਪਿਛਲੇ ਪਦੇ ਵਿੱਚ ਚਲਾਈ, ਇਹ ਮਨ ਨਿਹਚਲ ਹਿਰਦੇ ਵਸੇ ਵਾਲੇ। ਇਹ ਨਿਹਚਲ, ਇਹ ਕਿਧਰੇ ਜਾ ਨਹੀਂ ਰਿਹਾ, ਕਿਧਰੇ ਆ ਨਹੀਂ ਰਿਹਾ, ਇੱਥੇ ਰਹਿ, ਇਹ ਪਰਮਾਨੈਂਟ ਹੈ, ਨਿਰੰਤਰ ਹੈ। ਗੁਰਮੁਖ ਮੂਲ ਪਛਾਣ ਰਹੇ। ਮਨ ਦਾ ਮੂਲ ਅਸੀਂ ਜਦੋਂ ਜਾਣ ਲਾਂਗੇ, ਰੂਟ ਜਦੋਂ ਜਾਣ ਲਾਂਗੇ, ਤਾਂ ਫਿਰ ਸਾਨੂੰ ਸਮਝ ਆ ਜਾਏਗੀ ਕਿ ਮਨ ਹੈ ਕੀ, ਇਹਦਾ ਸਟਰਕਚਰ ਕੀ ਹੈ। ਅਸੀਂ ਕੇਵਲ ਮੂਵਿੰਗ ਮਾਈਂਡ ਨੂੰ ਜਾਣਦੇ ਹਾਂ, ਥਾਟਸ ਨੂੰ ਜਾਣਦੇ ਹਾਂ, ਆਪਣੀ ਜਿਹੜਾ ਕੌਨਸਟੈਂਟ ਚੇਂਜ ਵਿੱਚ ਰਹਿੰਦਾ ਹੈ। ਅਸੀਂ ਉਸ ਮਨ ਨੂੰ ਨਹੀਂ ਜਾਣਦੇ ਜਿਹੜਾ ਨਿਹਚਲ ਹੈ। ਉਹਨੂੰ ਜਾਣਨ ਵਾਸਤੇ ਹਉਮੈ ਤਿਆਗਣੀ ਪਏਗੀ। ਅਨਹਦ ਬਾਣੀ ਗੁਰਮੁਖ ਜਾਣੀ, ਬਿਰਲੋ ਕੋ ਅਰਥਾਵੇ। ਇਸ ਪਦੇ ਵਿੱਚ ਮਹਾਰਾਜ ਨੂੰ ਯੋਗੀਆਂ ਨੇ ਜੋ ਪ੍ਰਸ਼ਨ ਪੁੱਛੇ ਹਨ, ਅਗਲੇ ਪਦੇ ਵਿੱਚ ਉਹਦੇ ਡਿਟੇਲਡ ਜਵਾਬ ਸਾਹਿਬ ਦੇ ਰਹੇ ਹਨ। ਪਰ ਜੀਵਨ ਦਾ ਤਤ ਗਿਆਨ ਹਜ਼ੂਰ ਨੇ ਇੱਥੇ ਖੋਲ੍ਹ ਦਿੱਤਾ ਹੈ। ਨਾਨਕ ਨਾਮ ਰਤੇ ਬੈਰਾਗੀ, ਇਵ ਤਬ ਸਾਚੋ ਸਾਚਾ। ਜਦੋਂ ਨਾਮ ਦੇ ਵਿੱਚ ਰਤੇ ਜਾਵਾਂਗੇ ਤਾਂ ਹੀ ਅਸੀਂ ਸੱਚ ਨੂੰ ਜਾਣ ਪਾਵਾਂਗੇ, ਤਾਂ ਹੀ, ਓਨਲੀ ਦੈਨ। ਔਰ ਨਾਮ ਔਰ ਹਉਮੈ ਦਾ ਵਿਰੋਧ ਹੈ, ਇਹ ਬਾਣੀ ਸਾਨੂੰ ਸਮਝਾ ਚੁੱਕੀ ਹੈ ਕਈ ਵਾਰ। ਅਗਰ ਮੈਂ ਹੋਵਾਂਗਾ ਤਾਂ ਨਾਮ ਨਹੀਂ ਹੋ ਸਕਦਾ।
ਨਾਮ ਨਿਰੰਕਾਰ ਦੇ ਦਰਸ਼ਨ ਹਨ। ਨਾਮ ਵਿੱਚ ਨਿਰੰਕਾਰ ਦਾ ਰੂਪ ਹੈ। ਨਾਮ ਵਿੱਚ ਨਿਰੰਕਾਰ ਦਾ ਐਕਸਪੀਰੀਅੰਸ ਹੈ। ਨਾਮ ਵਿੱਚ ਨਿਰੰਕਾਰ ਦਾ ਪ੍ਰੇਮ ਹੈ। ਉੱਥੇ ਮੈਂ ਨਹੀਂ ਹਾਂ, ਹਉਮੈ ਨਹੀਂ ਹੈ। ਉੱਥੇ ਸੱਚ ਨੂੰ ਜਾਣ ਸਕਦੇ ਹਾਂ ਅਸੀਂ। ਕਈ ਵਾਰ ਅਸੀਂ ਆਪਸੀ ਵਿਚਾਰ ਵਿੱਚ ਬ੍ਰਹਮ ਗਿਆਨ ਦੀ ਗੱਲ ਜਦੋਂ ਕਰਦੇ ਹਾਂ ਤਾਂ ਇਹ ਕਹਿੰਦੇ ਹਾਂ ਆਲ ਨੋਇੰਗ। ਇਹੀ ਭਾਵ ਹੈ। ਮੈਨੂੰ ਲੱਗਦਾ ਹੈ ਇਹਦਾ ਇਹੀ ਭਾਵ ਹੈ ਕਿ ਉਹਨੇ ਸਟਰਕਚਰ ਜਾਣ ਲਿਆ ਮਨ ਦਾ ਕੀ ਹੈ। ਉਸ ਮਨ ਨੂੰ ਜਾਣ ਲਿਆ ਜਿੱਥੇ ਮੈਂ ਨਹੀਂ ਹਾਂ। ਗੁਰੂ ਨਾਨਕ ਸਾਹਿਬ ਸਾਨੂੰ ਬ੍ਰਹਮ ਗਿਆਨ ਬਾਰੇ ਸਮਝਾ ਰਹੇ ਹਨ। ਵਾਰਤਾਲਾਪ ਤਾਂ ਸਿੱਧਾਂ ਨਾਲ ਹੈ। ਜ਼ਰੂਰ ਸਿੱਧਾਂ 'ਚੋਂ ਕੁਛ ਲੋਕ ਜਗੇ ਹੋਣਗੇ। ਇਹ ਡਿਸਕਸ਼ਨ ਇਨਵੈਲਿਊਬਲ ਹੈ। ਇਹੋ ਜਿਹੇ ਡਿਸਕਸ਼ਨ ਸੁਣ ਕੇ ਕੋਈ ਵੀ ਜਿਗਿਆਸੂ ਜਗ ਜਾਏਗਾ। ਹੀ ਵਿਲ ਅਵੇਕਨ ਟੂ ਦ ਵਰਲਡ ਰਿਐਲਿਟੀ। ਔਰ ਗੁਰੂ ਵੀ ਐਸੇ ਭਾਵ ਨਾਲ ਨਿਕਲੇ ਹਨ। 17 ਸਾਲ ਇਸ ਬਾਣੀ ਨੂੰ ਸੰਭਾਲ ਕੇ ਆਪਣੇ ਕੋਲ ਫਿਰ ਦਰਜ ਕੀਤੀ ਹੈ ਤਾਂ ਕਿ ਸਿੱਖ ਵੀ ਸ਼ਾਇਦ ਜਗ ਜਾਣ। ਕੋਈ ਜਿਗਿਆਸੂ ਆਏ ਤਾਂ ਇਹਨੂੰ ਪੜ੍ਹ ਕੇ ਜਾਣ ਲਏ ਜੀਵਨ ਹੈ ਕੀ। ਹੁਣ ਡਿਟੇਲ ਜਵਾਬ ਅਗਲੇ ਪਦੇ ਵਿੱਚ ਮਹਾਰਾਜ ਦੇ ਰਹੇ ਹਨ। ਪ੍ਰਸ਼ਨ ਹੈ, ਜਹਾਂ ਇਹ ਹਿਰਦੇ ਦੇਹ ਨ ਹੋਤੀ ਤਾ ਮਨ कैठे रहता। इस मन को कोई खोजो पाई, तन छुटके हो मन कहाँ समाई। महाराज जवाब दे रहे हैं, हिरदा देह ना होती ओदू तो मन सुन रहे बैरागी। मन नू शरीर का एक्सपीरियंस मिल गया। मन बाहरमुखी हो गया। मन अनेकां ही एक्सपीरियंसिस नाल जुड़ गया। ਜਿਹੜੇ 9 ਦਰਵਾਜ਼ੇ ਪ੍ਰਗਟ ਹਨ ਸਰੀਰ ਦੇ ਨਾਲ, ਉਸ ਤੋਂ ਮਨ ਦਾ ਐਕਸਪੀਰੀਅੰਸ ਫਲੋ ਹੋ ਰਿਹਾ ਹੈ। ਮਨ ਬਾਹਰਮੁਖੀ ਹੋ ਗਿਆ। ਪਰ ਅਗਰ ਮੈਂ ਇਹਨਾਂ ਨੂੰ ਬੰਦ ਕਰ ਲਵਾਂ ਤਾਂ ਫਿਰ ਮਨ ਆਪਣੇ ਤੱਤ ਵਿੱਚ ਚਲਾ ਜਾਏਗਾ। ਅਗਰ ਇਹ 9 ਦਰਵਾਜ਼ੇ ਚਲੇ ਜਾਣਗੇ, ਸਰੀਰ ਚਲਾ ਜਾਏਗਾ, ਤਾਂ ਮਨ ਆਪਣੇ ਅੰਤਰ ਵਿੱਚ ਵਸ ਜਾਏਗਾ, ਆਪਣੇ ਸੁੰਨ ਅਵਸਥਾ ਵਿੱਚ ਚਲਾ ਜਾਏਗਾ, ਨਿਰਵਿਚਾਰ ਅਵਸਥਾ ਵਿੱਚ ਚਲਾ ਜਾਏਗਾ। ਇੱਥੇ ਥੋੜ੍ਹਾ ਜਿਹਾ ਸਮਝਣਾ ਹੈ। ਮੈਂ ਆਪਣੀ ਮਨ ਦੀ ਉਸ ਅਵਸਥਾ ਨੂੰ ਨਹੀਂ ਜਾਣਦਾ ਜਿਹਨੂੰ ਸੁੰਨ ਸਮਾਧ ਕਹਿੰਦੇ ਹਨ। ਮੈਂ ਸਿਰਫ ਮੂਵਿੰਗ ਮਾਈਂਡ ਨੂੰ ਜਾਣਦਾ ਹਾਂ। ਇਸ ਕਰਕੇ ਸਰੀਰ 'ਤੇ ਜਾਣ ਦੇ ਮੇਰਾ ਮਨ ਉਸੇ ਹਿੱਸੇ ਵਿੱਚ ਹੀ ਰਹੇਗਾ ਜਿਹੜਾ ਮੂਵਿੰਗ ਥਾਟਸ ਦਾ ਮਾਈਂਡ ਹੈ, ਜਿੱਥੇ ਸੰਕਲਪ ਵਿਕਲਪ ਚੱਲ ਰਹੇ ਹਨ। ਪਰ ਮਨ ਦਾ ਤੱਤ ਕੀ ਹੈ? ਅਗਰ ਸਭ ਕੁਝ ਲੈ ਲਿਆ ਜਾਏ ਤਾਂ ਮਹਾਰਾਜ ਕਹਿ ਰਹੇ ਹਨ ਸੁਨ ਰਹੇ ਬੈਰਾਗੀ। ਤਾਂ ਉਹ ਸੁਨ ਵਿੱਚ ਚਲਾ ਜਾਏਗਾ ਜਿੱਥੇ ਕੋਈ ਥਾਟ ਨਹੀਂ ਹੈ, ਅਫੁਰ ਅਵਸਥਾ ਹੈ। ਜਿਵੇਂ ਕੋਈ ਯੋਗੀ ਜਾਂ ਕੋਈ ਧਿਆਨ ਕਰਨ ਵਾਲਾ ਜਾਂ ਕੋਈ ਅਭਿਆਸੀ ਜਾਂ ਕੋਈ ਨਾਮ ਅਭਿਆਸੀ ਜੀਵਨ 'ਚੋਂ ਆਪਣੇ ਸੰਕਲਪ ਸਾਰੇ ਤੋੜ ਦੇ ਔਰ ਮਨ ਨੂੰ ਅੰਤਰ ਵਿੱਚ ਲੈ ਜਾਏ ਤਾਂ ਉਹ ਸੁੰਨ ਅਵਸਥਾ ਦਾ ਐਕਸਪੀਰੀਅੰਸ ਕਰ ਲਏਗਾ। ਈਵਨ ਇਹ ਵੀ ਕਿਹਾ ਜਾਂਦਾ ਹੈ ਕਿ ਸਰੀਰ ਤੋਂ ਆਪਣੇ ਆਪ ਨੂੰ ਤੋੜ ਸਕਦਾ ਹੈ। ਸੰਤ ਅਤਰ ਸਿੰਘ ਜੀ ਦੀ ਕਹਾਣੀ ਇਹ ਹੈ ਕੁਝ ਦਰਜ ਹੋਈ, ਸੰਤ ਤੇਜਾ ਸਿੰਘ ਨੇ ਲਿਖੀ ਕਿ ਸਰੀਰ ਤੋਂ ਮਨ ਨੂੰ ਤੋੜ ਲਿਆ ਤਾਂ ਜੀਵਨ ਦਾ ਜਿਹੜਾ ਸਰੀਰ ਦਾ ਐਕਸਪੀਰੀਅੰਸ ਹੈ ਉਹ ਮਨ ਦੇ ਅੰਤਰ ਵਿੱਚ ਜਾ ਕੇ ਖਤਮ ਹੋ ਗਿਆ। ਅਗਰ ਮੈਨੂੰ ਸਰਵਾਈਵਲ ਲਈ ਸਰੀਰ ਦੀ ਲੋੜ ਹੈ ਤਾਂ ਮੈਂ ਕਦੇ ਆਜ਼ਾਦ ਨਹੀਂ ਹਾਂ। ਸਰੀਰ ਦੇ ਬਿਯੋਂਡ ਦੇ ਜੀਵਨ ਨੂੰ ਮੈਂ ਤਾਂ ਹੀ ਜਾਣ ਪਾਵਾਂਗਾ ਜਦ ਸਰੀਰ 'ਤੇ ਡਿਪੈਂਡੈਂਸ ਨਹੀਂ ਰਹੇਗੀ ਮੇਰੀ। ਮਹਾਰਾਜ ਕਹਿੰਦੇ ਨੇ ਸੁਨ ਰਹੇ ਬੈਰਾਗੀ। ਹੁਣ ਮਨ ਆਪਣੇ ਅੰਤਰ ਵਿੱਚ ਜਾ ਕੇ ਇਕਾਗਰ ਹੋ ਗਿਆ, ਸੁੰਨ ਹੋ ਗਿਆ, ਜੀਵਨ ਦੇ ਐਕਸਪੀਰੀਅੰਸ ਤੋਂ ਟੁੱਟ ਗਿਆ। ਹੁਣ ਉੱਥੇ ਕੀ ਮਹਿਸੂਸ ਹੁੰਦਾ ਹੈ, ਕੀ ਉਹਦਾ ਐਕਸਪੀਰੀਅੰਸ ਹੈ, ਉਹ ਇੱਕ ਅਕਥ ਕਥਾ ਹੈ। ਉਹਦੇ ਬਾਰੇ ਗੱਲ ਕੀਤੀ ਨਹੀਂ ਜਾ ਸਕਦੀ। ਪਰ ਲੱਗਦਾ ਇਸ ਤਰ੍ਹਾਂ ਹੈ ਕਿ ਉਹ ਲਾਈਫ ਦਾ ਅਲਟੀਮੇਟ ਐਕਸਪੀਰੀਅੰਸ ਹੈ।
ਜਿਹਦੇ 'ਚ ਅਸੀਂ ਕੰਪਲੀਟਨੈਸ ਪਾ ਲੈਂਦੇ ਹਾਂ। ਨਾਨਕ ਨਾਮ ਜਿਹੜਾ ਹੈ ਉਹਦੇ 'ਚ ਤ੍ਰਿਪਤ ਅਗਾਈ, ਤ੍ਰਿਪਤ ਹੋ ਗਿਆ, ਕੰਪਲੀਟ ਹੋ ਗਿਆ, परिपूर्ण हो गया। नाम जपे तृष्णा सब बुझी है, नाम जपत तृष्णा सब बुझी है, नानक त्रिपत अगाई। क्योंकि मन विच जो लभ रहे हाँ वो एक्सपीरियंस मन विच खुल गया। हिरदा दे ना होती ओदू ता मन मन रहे सुन रहे बैरागी। अगला प्रश्न नाभि दा सी, नेवल दा। नाभ कमल अस थंब ना होते, ये जेड़े नाभ और कमल ये फिजिकल नोटेशनस बॉडी नाल रिलेशन रखदियां हैं। नाभि तां निज कर बसत्यों पवन अनुरागी, ਤਾਂ ਜਿਹੜਾ ਸਵਾਸ ਹੈ ਨਿਜ ਘਰ ਵਿੱਚ ਚਲੇ ਜਾਂਦਾ ਹੈ। ਨਿਜ ਘਰ ਫਿਰ ਅਵਸਥਾ ਕੀ ਹੋਈ ਮਹਾਰਾਜ? ਜਿਸ ਤਰ੍ਹਾਂ ਕੱਲ੍ਹ ਬੀਬਾ ਨੇ ਪੁੱਛਿਆ ਸੀ, ਨਿਜ ਘਰ ਕੀ ਹੈ? ਸਹਿਜ ਦੀ ਉਹ ਅਵਸਥਾ ਜਿੱਥੇ ਮੈਂ ਨਹੀਂ ਹਾਂ, ਜਿੱਥੇ ਨਿਰੰਕਾਰ ਹੈ। ਤਾਂ ਇਹ ਨਿਰੰਕਾਰ ਵਿੱਚ ਵਾਪਸ ਚਲਾ ਜਾਂਦਾ ਹੈ ਸਵਾਸ। ਕਿਤਨੇ ਗਹਿਨ ਪ੍ਰਸ਼ਨ ਹਨ। ਆਪਸ ਵਿੱਚ ਵਿਚਾਰ ਕਰਦੇ ਹਾਂ, ਪਰ ਸ਼ਾਇਦ ਸਾਨੂੰ ਇਹਨਾਂ ਦਾ ਐਕਸਪੀਰੀਅੰਸ ਨਹੀਂ ਪਤਾ ਹੈ। ਕਿਸੇ ਵਿਰਲੇ ਨੂੰ ਹੀ ਗਿਆਨ ਹੋ ਸਕਦਾ ਹੈ। ਜਿਸ ਨੇ ਚਾਬੀ ਲੈ ਕੇ ਖੋਲ੍ਹ ਲਿਆ ਦਰਵਾਜ਼ਾ, ਮੂੰਦ लिए दरवाजे बाजिए ले अनहद बाजे। एनर्जी ਨੂੰ ਅੰਤਰ ਲੈ ਗਿਆ, ਅੰਤਰ ਦੇ ਕਿਵਾੜ ਖੋਲ੍ਹੇ, ਬਾਹਰ ਦੇ 9 ਦਰਵਾਜ਼ੇ ਬੰਦ ਕਰ ਲਏ, ਜਿੱਥੋਂ ਐਨਰਜੀ ਬਾਹਰ ਰਿਲੇਟ ਕਰ ਰਹੀ ਹੈ ਜੀਵਨ ਨਾਲ। महाराज ਨੂੰ ਯੋਗੀਆਂ ਨੇ ਪੁੱਛਿਆ ਹੈ, रूप ना होते रेख ना काई, ਤਾਂ ਸ਼ਬਦ ਕਹਾਂ ਲਿਵਲਾਈ। ਹਜੂਰੂ ਦਾ ਜਵਾਬ ਦੇ ਰਹੇ ਹਨ, ਰੂਪ ਨਾ ਰੇਖਿਆ ਜਾਤ ਨਾ ਹੋਤੀ, ਤਾਂ ਅਕੁਲੀਨ ਰਹੋ ਸ਼ਬਦ ਸੁਸਾਰ। ਅਕੁਲੀਨ रहते हो शब्द सुसार, रूप ना रेख्या जात ना होती, तो अकुलीन रहते हो शब्द सुसार। अकुलीन बिना कुल दे। महाराज कहते ना रूप है, ना रेख है, ना जात है, शब्द फिर बिना फॉर्म दे रहिंदा है। अकुलीन रहते हो शब्द सुसार, शब्द उत्थे जाके वस जाता है जिथे सब कुछ वसदा है। सुन कला अपरंपर धारी, आप निरालम अपर अपारी, आपे कुदरत कर कर देखे, सुनहु सुन उपाय दा। अनुरागी तो भाव है बिना किसी राग दे, निर्मोह होके, बिना किसी मोह दे अंदर, बिना किसी अटैचमेंट दे, एक प्रेम दे विच, अकारण प्रेम। पवन की गल साहिब ने चलाई सी। पवन बारे हजूर बाणी की कहती है, साचे ते पवना पया, पवने ते जल होई, जल ते त्रिभुवन साजिए, घट घट जोत समोई। पर यह गल सारी असी विचारते हैं शब्दों दे विच। इन्हां दा अल्टीमेट एक्सपीरियंस शब्द के एक्सपीरियंस विच है, जिहड़ा हजूर ने पहले पदे की अखीरली लाइन विच खोल दिता है। नाम रत्ते, नाम दे विच अस मन नूं बहा दईए तो उन मन की अवस्था सानू दर्शन दे सकेगी। किस तरह देगी? गुरु दे करके। यह भी इस बाणी विच महाराज ने खोलिया है कुछ पदियां पहले कि गुरु मिलेगा, और गुरु मिल के सानू किरपा करेगा। नदर करे तो सतगुर मिले, ਤਾਂ ਨਿਜ ਕਰ ਵਾਸਾ ਇਹ ਮਨ ਪਾਏ। उस मन विच असी आप अपने एफर्ट तो नहीं जा पावांगे, तैयारी जरूर कर सकते हैं, पर उत्थे जा नहीं पावांगे।
ਜਾਵਾਂਗੇ ਉਹਦੀ ਨਦਰ ਨਾਲ, ਨਦਰ ਕਰੇ ਤਾਂ ਸਤਿਗੁਰ ਮੇਲੇ, ਤਾਂ ਨਿਜ ਘਰ ਵਾਸਾ ਇਹ ਮਨ ਪਾਏ। ਤਾਂ ਇਸ ਮਨ ਦੇ ਵਿੱਚ ਜਿਹੜਾ ਨਿਜ ਘਰ ਹੈ ਉਹਦੇ ਵਿੱਚ ਵਾਸਾ ਇਹ ਮਨ ਪਾ ਲੇਗਾ। ਜੀਵਨ ਦਾ ਇੱਕ ਐਕਸਪੀਰੀਅੰਸ ਖੁੱਲ੍ਹ ਰਿਹਾ ਹੈ, ਜਿਸ ਨੂੰ ਅਧਿਆਤਮਿਕ ਐਕਸਪੀਰੀਅੰਸ ਕਿਹਾ ਜਾ ਸਕਦਾ ਹੈ। ਗੋਡ ਰਿਅਲਾਈਜੇਸ਼ਨ ਕਹਿੰਦੇ ਹਨ। ਫਿਜ਼ੀਕਲ ਫਾਰਮ ਖਤਮ ਹੋ ਗਿਆ ਹੈ, ਸੁੰਨ ਸਮਾਧ ਵਿੱਚ ਦੁਨੀਆ ਹੈ। ਪਵਨ ਜਿਹੜੀ ਹੈ ਉਹ ਅਨੁਰਾਗ ਵਿੱਚ ਹੈ, ਉਹ ਪ੍ਰੇਮ ਦੇ ਵਿੱਚ ਵਸ ਰਹੀ ਹੈ। रूप न रेख जात न होती, तहों अकुलीन रहत्यो शब्द सुसार। ਤਾਂ ਸ਼ਬਦ ਡਿਟੈਚਡ ਹੈ ਦੁਨੀਆ ਤੋਂ, ਅਨਾਸ਼ਕਤੀ ਹੈ, ਟੁੱਟ ਗਿਆ ਸਭ ਤੋਂ। ਮਹਾਰਾਜ ਕਹਿੰਦੇ ਨੇ ਗੌਣ ਗਗਨ ਜਬ ਤਬਹਿ ਨਾ ਹੋਤਿਓ, ਗੌਣ ਗਗਨ ਜਬ ਤਬਹਿ ਨਾ ਹੋਤਿਓ, ਤ੍ਰਿਭੁਵਨ ਜੋਤ ਆਪੇ ਨਿਰੰਕਾਰ। ਮਹਾਰਾਜ ਨੇ ਫਿਜ਼ੀਕਲ ਫਾਰਮ ਤੋਂ ਬਿਯੋਂਡ ਦੁਨੀਆ ਦੀ ਹੀ ਗੱਲ ਚਲਾ ਦਿੱਤੀ ਹੈ। ਗਗਨ ਵੀ ਨਹੀਂ ਹੈ, ਦੁਨੀਆ ਵੀ ਨਹੀਂ ਹੈ। ਗੌਣ ਗਗਨ ਜਬ ਤਬਹਿ ਨਾ ਹੋਤੇ ਹੋ, ਜਦ ਸਭ ਕੁਝ ਖਤਮ ਹੋ ਗਿਆ ਤਾਂ ਕੀ ਹੈ? ਤ੍ਰਿਭੁਵਨ ਜੋਤ ਆਪੇ ਨਿਰੰਕਾਰ। ਤਾਂ ਨਿਰੰਕਾਰ ਆਪਣੇ ਆਪ ਵਿੱਚ ਹੈ, ਕੋਈ ਦੁਨੀਆ ਦਾ ਫਾਰਮ ਨਹੀਂ ਹੈ। ਤਾਂ ਉਸ ਜੋਤ ਦੇ ਦਰਸ਼ਨ ਹਨ। ਜਿਵੇਂ ਕਿ ਕੱਲ੍ਹ ਗੱਲ ਚਲਾਈ ਸੀ, ਸਿੱਧਾ ਨੇ ਜੋ ਗੱਲ ਚਲਾਈ ਬਿੰਦ ਬਾਰੇ ਕਿ ਇਹਦੇ ਬਿਨਾਂ ਨਹੀਂ ਹੈ ਤਾਂ ਫਾਰਮ ਕੀ ਹੋਏਗਾ। ਤਾਂ ਮਹਾਰਾਜ ਕਹਿੰਦੇ ਨੇ ਰਕਤ ਬਿੰਦ ਕੀ ਮੜੀ ਨਾ ਹੋਤੀ, ਮਿਤ ਕੀਮਤ ਨਹੀਂ ਪਾਈ। ਗगन गौण गगन जब तबे ना होते हो, त्रिभुवन जोत आपे निरंकार। त्रिभुवन जोत वो अपने आप विच है, उसनूं कोई फिजिकल फॉर्म की लोड़ नहीं एक्सप्रैशन वास्ते। वर्ण भेख असरूप सो एको, एको शब्द विडाणी। विडाणी तो भाव है आश्चर्य विच, एको शब्द विडाणी। शब्द कित्थे वसदा है फिर? एको शब्द विडाणी। महाराज ने बाणी विच सानू समझाया है, जिसका तन मन तन सब तिसका, सोई सुगड़ सुजानी। ना तो तन मेरा है, ना ए मन मेरा है। बस इस हंकार रूपी मन विच मैं खड़ा होके अपने आप नू मालक समझ रहा। तिन ही सुनिया दुख सुख मेरा, तो बिदनी की खटानी। जिसका तन मन तन सब तिसका। महाराज सानू इत्थे उस जीवन की गल दस रहे हैं जिथे फॉर्म नहीं है, जिथे कोई शेप नहीं है। जो मन मारे अपना सो पुरख बैरागी राम। जिथे मैं अपना मन मार लिया तां ही मैं जान सकता हाँ दुनिया की है, जीवन की है। वर्ण भेख असरूप सो एको, एको शब्द विडाणी। शब्द अपने आश्चर्य विच, अपनी ऑ मूवमेंट विच, अपनी अहम मूवमेंट विच, अपनी सैलीब्रेशन विच हाजिर है। जिथे कोई थॉट नहीं है। असी इस चीज़ नूं ध्यान च रखना है कि गुरु महाराज जदों ये गल्लां कर रहे हैं तो अकथ की कथा सुना रहे हैं सानू, जिहड़ी गल कीती नहीं जा सकती, जिहदी गल समझाई नहीं जा सकती, ये उसकी गल चलती पई है। अखीरली पंक्ति विच साहिब कह रहे हैं, साच बिना सोचा को नाही, नानक अकथ कहानी। कि उस निरंकार नूं जाने बिना कोई सोचा नहीं हो सकता। नानक अकथ कहानी, यह कहानी दसी नहीं जा सकती। तो ये एक्सपीरियंस विच साहिब सानू इनवाइट कर रहे हैं। नानक नाम रते बैरागी, इब तब साचो साचा। नाम दे विच रते जाइए, मन दे विच नाम दा एक्सपीरियंस खोल लईए, शब्द नू गुरु जान लईए। शब्द मन नू कढ़ दे,
ਘੜੀਏ ਸ਼ਬਦ ਸੱਚੀ ਟਕਸਾਲ। ਮਨ ਦੇ ਜਿਤਨੇ ਵੀ ਪਹਿਲੂ ਹਨ ਉਹ ਘੜੇ ਜਾਣਗੇ। ਸੁਰਤ, ਮਤ, ਮਨ, ਬੁੱਧ, ਚਾਰੋਂ ਐਸਪੈਕਟਸ ਮਾਈਂਡ ਦੇ ਉਹ ਚਾਰੋਂ ਘੜੇ ਜਾਣਗੇ। ਘੜਨ ਤੋਂ ਭਾਵ ਕੀ ਹੈ? ਗ੍ਰੋਸ ਐਲੀਮੈਂਟ ਤੋਂ ਡਿਟੈਚ ਹੁੰਦੇ ਜਾਣਗੇ। ਫਿਜ਼ੀਕਲ ਤੋਂ ਡਿਪੈਂਡੈਂਸ ਘਟਦੀ ਜਾਏਗੀ। ਅਲਟੀਮੇਟ ਐਕਸਪੀਰੀਅੰਸ ਵਾਸਤੇ ਫਿਜ਼ੀਕਲ ਤੋਂ ਡਿਟੈਚ ਹੋ ਕੇ ਜਾਣਾ ਪਏਗਾ। ਜਿਵੇਂ ਪੌੜੀ ਹੁੰਦੀ ਹੈ, ਇੱਕ ਪੌੜੀ ਛੱਡਾਂਗੇ ਤਾਂ ਦੂਜੀ ਵਿੱਚ ਜਾ ਪਾਵਾਂਗੇ। ਫਿਜ਼ੀਕਲ ਦੇ ਬਿਯੋਂਡ ਜਾਣਾ ਹੈ। ਸਪਿਰਿਟ ਦੀ ਲਿਮਿਟੇਸ਼ਨ ਇਨਫਾਈਨਾਈਟ ਹੈ। ਫਿਜ਼ੀਕਲ ਦੀ ਲਿਮਿਟੇਸ਼ਨ ਫਿਜ਼ੀਕਲ ਹੀ ਰਹਿੰਦੀ ਹੈ। ਤਾਂ ਫਿਜ਼ੀਕਲ ਐਕਸਪੀਰੀਅੰਸ 'ਚੋਂ ਸਾਨੂੰ ਇੱਕ ਮੌਕਾ ਹੈ ਇਨਫਾਈਨਾਈਟ ਨੂੰ ਜਾਣਨ ਦਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇੱਕ ਵਾਰੀ ਹੈ। ਕਰਨਾ ਕੀ ਹੈ ਮਹਾਰਾਜ? ਚੱਲਣਾ ਹੈ ਮਹਾਰਾਜ ਕਹਿੰਦੇ ਹਨ। ਕਿਵੇਂ ਸੱਚਿਆਰਾ ਹੋਈਏ, ਕਿਵੇਂ ਕੂੜੇ ਟੁੱਟੇ ਪਾਲ। ਕੂੜ ਦੀ ਪਾਲ ਕਿਵੇਂ ਟੁੱਟੇਗੀ? ਸੱਚੋ ਸੱਚ ਕਿਵੇਂ ਹੋਵਾਂਗੇ? ਇਬ ਤਬ ਸਾਚੋ ਸਾਚਾ, ਸਾਚ ਬਿਨਾ ਸੂਚਾ ਕੋ ਨਹੀਂ। ਤਾਂ ਇਹਦੇ ਵਾਸਤੇ ਕੀ ਕਰਨਾ ਹੈ? ਕਿਵੇਂ ਸੱਚਿਆਰਾ ਹੋਈਏ, ਕਿਵੇਂ ਕੂੜੇ ਟੁੱਟੇ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਚੱਲਣਾ ਹੈ ਹੁਕਮ ਦੀ ਰਜ਼ਾ ਵਿੱਚ। ਤਾਂ ਹੀ ਚੱਲ ਪਾਵਾਂਗੇ ਜਦੋਂ ਮਨ ਨੂੰ ਗੇਰ ਦਿਆਂਗੇ। ਇਹ ਮਨ ਹੁਕਮ ਦੇ ਨਾਲ ਸਾਂਝਾ ਨਹੀਂ ਹੋ ਸਕਦਾ। ਹਉਮੈ ਜਾਏਗੀ ਤਾਂ ਹੁਕਮ ਆ ਜਾਏਗਾ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਕਰਮਾਂ ਦੀ ਪੋਟਲੀ ਤਾਂ ਨਾਲ ਹੀ ਚੱਲੇਗੀ, ਪਰ ਹਉਮੈ ਗੇਰ ਕੇ ਹੁਕਮ ਨੂੰ ਜਾਣ ਪਾਵਾਂਗੇ ਤਾਂ ਸੱਤ ਪ੍ਰਗਟ ਹੋ ਜਾਏਗਾ। ਮਹਾਰਾਜ ਕਹਿ ਰਹੇ ਹਨ। ਬਹੁਤ ਹੀ ਉੱਤਮ ਬਾਣੀ ਹੈ ਮਹਾਰਾਜ। ਸਾਚ ਬਿਨਾ ਸੂਚਾ ਕੋ ਨਹੀਂ, ਨਾਨਕ ਅਕਥ ਕਹਾਣੀ। ਬਿਨਾਂ ਸੱਚ ਨੂੰ ਜਾਣੇ ਕੋਈ ਸੁੱਚਾ ਨਹੀਂ ਹੋ ਸਕਦਾ, ਔਰ ਬਿਨਾਂ ਸੁੱਚਾ ਹੋਏ ਅਸੀਂ ਉਸ ਦਰਗਾਹ ਦੇ ਦਰਸ਼ਨ ਨਹੀਂ ਕਰ ਸਕਦੇ। ਨਾਨਕ ਨਾਮ ਰਤੇ ਬੈਰਾਗੀ, ਇਵ ਤਵ ਸਾਚੋ ਸਾਚਾ। ਤਾਂ ਸੱਚੇ ਨੂੰ ਮਿਲ ਪਾਵਾਂਗੇ। ਬੈਰਾਗੀ ਬਣ ਜਦੋਂ ਮਨ ਨੂੰ ਮਾਰ ਲਾਂਗੇ। ਇਹ ਗੱਲ ਸਾਰੀ ਐਕਸਪੀਰੀਅੰਸ ਜਿਹੜੀ ਸਪਿਰਿਚੁਅਲ ਰੈਵਲੇਸ਼ਨ ਹੈ ਗੁਰੂ ਸਾਹਿਬ ਦੇ ਜੋ ਸਾਨੂੰ ਗਿਆਨ ਦਿੱਤਾ ਹੈ, ਉਹ ਮਨ ਦੇ ਵਿੱਚ ਰਿਵੀਲ ਹੁੰਦਾ ਹੈ। ਉਸ ਦੇ ਵਿੱਚ ਅਸੀਂ ਮਨ ਨਾਲ ਉਲਝਣਾ ਹੈ, ਮਨ ਨੂੰ ਸ਼ਬਦ ਨਾਲ ਜੋੜਨਾ ਹੈ। ਮਨ ਦੇ ਵਿੱਚ ਜੋ ਗਿਆਨ ਹੈ ਉਸ ਦੀ ਪਰਤਾਂ ਖੋਲ੍ਹਣੀਆਂ ਹਨ। ਮਨ ਦੇ ਵਿੱਚ ਜੋ ਐਕਸਪੀਰੀਅੰਸ ਹੈ ਉਹਦੇ ਮੂਲ ਵਿੱਚ, ਉਹਦੇ ਸੋਰਸ ਵਿੱਚ, ਮਨ ਦੇ ਸੋਰਸ 'ਚ ਕੀ ਹੈ। ਮਨ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣ। ਆਪਣਾ ਮੂਲ ਕੀ ਹੈ? ਨਿਰੰਕਾਰ ਰੂਪ ਹੈ ਮੂਲ, ਜਿੱਥੇ ਮੈਂ ਨਹੀਂ ਹਾਂ, ਜਿੱਥੇ ਲਾਈਫ ਐਕਸਪੀਰੀਅੰਸ ਸੀਮਲੈਸ ਹੈ। ਇਸ ਕਰਕੇ ਜੀਵਨ ਵੀ ਬਦਲ ਜਾਂਦਾ ਹੈ। ਫਿਰ ਅਸੀਂ ਦੇਖੀਏ ਕਿਵੇਂ ਫੇਅਰਲੈਸ ਜੀਵਨ ਹੈ ਗੁਰੂਆਂ ਦਾ, ਸਿੱਖਾਂ ਦਾ ਵੀ, ਕਿਉਂਕਿ ਉਹਨਾਂ ਨੇ ਇਸ ਐਕਸਪੀਰੀਅੰਸ ਨੂੰ ਜਾਣ ਲਿਆ ਕਿ ਜੀਵਨ ਨੇ ਕੀ ਲੈ ਲੈਣਾ ਹੈ। ਉਹ ਨਹੀਂ ਲੈ ਪਾਏਗਾ ਜੋ ਅਸੀਂ ਜਾਣ ਲਿਆ। ਸਰੀਰ ਲੈ ਲਏਗਾ, ਸਰੀਰ ਨਾਲ ਜੁੜੀਆਂ ਸਾਰੀ ਚੀਜ਼ਾਂ ਲੈ ਲਏਗਾ, ਉਹ ਤਾਂ ਵੈਸੇ ਵੀ ਲੈ ਲਏਗਾ। ਤਾਂ ਭਗਤ ਕਬੀਰ ਸਾਨੂੰ ਸਮਝਾਉਂਦੇ ਹਨ ਕਿ ਜਿਸ ਤੋਂ ਡਰਦੇ ਹੋ ਉਹ ਮੌਤ, ਉਹਨੂੰ ਟ੍ਰਾਂਸੈਂਡ ਕਰਨ ਦੀ ਵਿਧੀ ਹੈ। ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ। ਕਾਰਨ ਕੀ ਹੈ? ਕਿਉਂਕਿ ਮਨ ਵਿੱਚ ਆਨੰਦ ਖੁੱਲ੍ਹ ਗਿਆ ਹੈ। ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ। ਮਰਤਾ ਮਰਤਾ ਜਗ ਮੁਆ, ਮਰ ਵੀ ਨਾ ਜਾਣੇ ਕੋਏ। ਐਸੀ ਮਰਨੀ ਜੋ ਮਰੇ, ਬਹੁਰ ਨਾ ਮਰਨਾ ਹੋਏ। ਗੁਰੂ ਸਾਹਿਬ ਸਾਨੂੰ ਕਾਲ ਰਹਿਤ ਜੀਵਨ ਦੀ ਗੱਲ ਚਲਾ ਰਹੇ ਹਨ। ਜਿੱਥੇ ਸਰੀਰ ਮੁੱਕ ਗਿਆ, ਜਿੱਥੇ ਸਰੀਰ ਦਾ ਵਾਸਾ ਮਨ ਵਿੱਚ ਹੈ,
ਮਨ ਦਾ ਵਾਸਾ ਸਰੀਰ ਵਿੱਚ ਹੈ ਔਰ ਸਰੀਰ ਚਲਾ ਗਿਆ ਤਾਂ ਮਨ ਕਿੱਥੇ ਹੈ? ਕਾਲ ਰਹਿਤ ਜੀਵਨ ਵਿੱਚ ਹੈ, ਜਿੱਥੇ ਆਈਡੈਂਟਿਟੀ ਨਹੀਂ ਰਹਿ ਗਈ। ਇੱਕ ਬੂੰਦ ਸਾਗਰ ਵਿੱਚ ਮਿਲ ਗਈ ਤਾਂ ਸਾਗਰ ਦਾ ਰੂਪ ਹੋ ਗਈ। ਮੈਂ ਨਹੀਂ ਰਿਹਾ, ਨਾਮ ਹਾਜ਼ਰ ਹੋ ਗਿਆ। ਇਹ ਬਾਣੀ ਬੜੀ ਉੱਤਮ ਹੈ ਔਰ ਉਸ ਭਾਵ ਵਿੱਚ ਸੂਖਮ ਔਰ ਥੋੜੀ ਮੁਸ਼ਕਲ ਵੀ ਹੈ। ਮੇਰੇ ਵਰਗੇ ਦੀ ਬਿਤ ਨਹੀਂ ਇਹਦਾ ਗਿਆਨ ਗੱਲ ਕਰ ਪਾਈਏ। ਮੇਰੀ ਗਲਤੀਆਂ ਆਪ ਬਖਸ਼ ਦੇਣਾ। ਕਿਰਪਾ ਹੋਏ ਗੁਰੂ ਦੀ, ਸਭ ਤੇ ਆਸ਼ੀਸ ਹੋਏ, ਨਾਮ ਮਿਲ ਜਾਏ, ਪੂਰੇ ਗੁਰ ਤੇ ਨਾਮ ਪਾਇਆ ਜਾਏ। ਅੱਜ ਦੀ ਇਹ 2 ਪਦਿਆਂ ਦੀ ਵਿਚਾਰ ਇਤਨੀ ਹੀ ਪ੍ਰਵਾਨ ਕਰਨਾ। ਆਪ ਕੁਝ ਸੁਧਾਰ ਕਰਨਾ ਚਾਹੋ, ਕੁਝ ਦੱਸਣਾ ਚਾਹੋ, ਜੀ ਆਇਆਂ ਨੂੰ ਆਪਣਾ ਹੱਥ ਖੜਾ ਕਰ ਦੇਣਾ, ਅਨਮਿਊਟ ਕਰ ਦਿਆਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।